ਅਜ਼ਰਾ ਬਾਪ ਇੱਕ। ਯਰੂਸ਼ਲਮ ਨੂੰ ਮੁੜਨਾ। ਫਾਰਸ ਦੇ ਪਾਤਸ਼ਾਹ ਕੋਰਸ਼ ਦੇ ਪਹਿਲੇ ਵਰ੍ਹੇ ਵਿੱਚ ਯਹੋਵਾ ਨੇ ਫਾਰਸ ਦੇ ਪਾਤਸ਼ਾਹ ਕੋਰਸ਼ ਦਾ ਮਨ ਪ੍ਰੇਰਿਆ। ਭਾਈ ਯਰਮੀਆ ਦੇ ਮੂੰਹੋਂ ਉਚਰਿਆ ਯਹੋਵਾ ਦਾ ਬਚਨ ਪੂਰਾ ਹੋਵੇ ਅਤੇ ਉਹਨੇ ਆਪਣੇ ਸਾਰੇ ਰਾਜ ਵਿੱਚ ਇਹ ਡੋਂਡੀ ਪਿਟਵਾਈ ਤੇ ਲਿਖਤ ਵਿੱਚ ਵੀ ਦੇ ਦਿੱਤਾ। ਭਾਈ ਫਾਰਸ ਦਾ ਪਾਤਸ਼ਾਹ ਕੋਰਸ਼ ਇਉਂ ਫਰਮਾਉਂਦਾ ਹੈ ਕਿ ਆਕਾਸ਼ਾਂ ਦੇ ਪਰਮੇਸ਼ਵਰ ਯਹੋਵਾ ਨੇ ਧਰਤੀ ਦੇ ਸਰਬਤ ਰਾਜ ਮੈਨੂੰ ਦੇ ਦਿੱਤੇ ਹਨ ਅਤੇ ਉਸ ਨੇ ਆਪੇ ਮੈਨੂੰ ਹਦਾਇਤ ਦਿੱਤੀ ਹੈ ਕਿ ਯਰੂਸ਼ਲਮ ਵਿੱਚ ਜੋ ਯਹੂਦਾ ਵਿੱਚ ਹੈ ਉਹਦੇ ਲਈ ਇੱਕ ਭਵਨ ਬਣਾਵਾਂ। ਉਹਦੀ ਸਾਰੀ ਪਰਜਾ ਵਿੱਚੋਂ ਤੁਹਾਡੇ ਵਿੱਚ ਕੌਣ ਤਿਆਰ ਹੈ? ਉਹਦਾ ਪਰਮੇਸ਼ਵਰ ਉਹਦੇ ਅੰਗ ਸੰਗ ਹੋਵੇ। ਉਹ ਯਹੂਦਾ ਦੇ ਯਰੂਸ਼ਲਮ ਨੂੰ ਜਾਵੇ ਤੇ ਇਜ਼ਰਾਈਲ ਦੇ ਪਰਮੇਸ਼ਵਰ ਯਹੋਵਾ ਦਾ ਭਵਨ ਬਣਾਵੇ ਜੋ ਯਰੂਸ਼ਲਮ ਵਿੱਚ ਹੈ। ਉਹ ਪਰਮੇਸ਼ਵਰ ਹੈ ਅਤੇ ਜੋ ਕੋਈ ਕਿਤੇ ਰਹਿ ਗਿਆ ਹੋਵੇ ਜਿੱਥੇ ਉਸ ਦੀ ਵਸੋਂ ਹੋਵੇ ਤਾਂ ਉਸ ਥਾਂ ਦੇ ਲੋਕ ਚਾਂਦੀ ਸੋਨੇ ਤੇ ਮਾਲ ਤੇ ਪਸ਼ੂ ਦੇ ਕੇ ਉਹ ਦੀ ਸਹਾਇਤਾ ਕਰਨ ਤੇ ਨਾਲੇ ਉਹ ਪਰਮੇਸ਼ਵਰ ਦੇ ਭਵਨ ਲਈ ਜੋ ਯਰੂਸ਼ਲਮ ਵਿੱਚ ਹੈ ਆਪਣੀ ਖੁਸ਼ੀ ਦੀ ਭੇਟ ਨਾਲ ਦੇਣ। ਤਦ ਯਹੂਦਾ ਤੇ ਬਿਨਯਾਮੀਨ ਦੇ ਪਿਤਰਾਂ ਦੇ ਘਰਾਨਿਆਂ ਦੇ ਮੁਖੀਏ ਤੇ ਜਾਜਕ ਤੇ ਲੇਵੀ ਅਤੇ ਉਹ ਸਭੇ ਜਿਨ੍ਹਾਂ ਦੇ ਮਨਾਂ ਨੂੰ ਪਰਮੇਸ਼ਵਰ ਨੇ ਪ੍ਰੇਰਿਆ ਉੱਠੇ ਭਾਈ ਜਾ ਕੇ ਯਹੋਵਾ ਦਾ ਭਵਨ ਜੋ ਯਰੂਸ਼ਲਮ ਵਿੱਚ ਹੈ ਬਣਾਉਣ। ਅਤੇ ਉਹਨਾਂ ਸਭਨਾਂ ਨੇ ਜੋ ਉਹਨਾਂ ਦੇ ਆਲੇ ਦੁਆਲੇ ਸਨ ਖੁਸ਼ੀ ਨਾਲ ਦਿੱਤੀਆਂ ਹੋਈਆਂ ਵਸਤੂਆਂ ਦੇ ਨਾਲ ਹੀ ਚਾਂਦੀ ਦਿਆਂ ਭਾਂਡਿਆਂ ਤੇ ਸੋਨੇ ਤੇ ਮਾਲ ਤੇ ਪਸ਼ੂਆਂ ਤੇ ਬਹੁਮੁੱਲੀਆਂ ਵਸਤੂਆਂ ਨਾਲ ਉਹਨਾਂ ਦੇ ਹੱਥ ਤਕੜੇ ਕੀਤੇ। ਕੋਰਸ਼ ਪਾਤਸ਼ਾਹ ਨੇ ਵੀ ਯਹੋਵਾ ਦੇ ਭਵਨ ਦੇ ਉਹਨਾਂ ਭਾਂਡਿਆਂ ਨੂੰ ਕਢਵਾਇਆ ਜਿਨ੍ਹਾਂ ਨੂੰ ਨਬੂਕਤ ਨਸਰ ਯਰੂਸ਼ਲਮ ਤੋਂ ਲੈ ਆਇਆ ਸੀ ਤੇ ਆਪਣੇ ਦੇਵਤਿਆਂ ਦੇ ਮੰਦਰ ਵਿੱਚ ਰੱਖਿਆ ਹੋਇਆ ਸੀ। ਇਹਨਾਂ ਨੂੰ ਹੀ ਫਾਰਸ ਦੇ ਪਾਤਸ਼ਾਹ ਕੋਰਸ਼ ਨੇ ਮਿਥਰਦਾਤ ਖਜ਼ਾਨਚੀ ਦੇ ਹੱਥੀਂ ਕਢਵਾਇਆ ਤੇ ਗਿਣ ਕੇ ਯਹੂਦਾ ਦੇ ਸ਼ਹਿਜ਼ਾਦੇ ਸ਼ੇਸ਼ ਬਸਰ ਨੂੰ ਦਿੱਤਾ ਅਤੇ ਉਹਨਾਂ ਦੀ ਗਿਣਤੀ ਇਹ ਸੀ ਸੋਨੇ ਦੇ 30 ਥਾਲ ਚਾਂਦੀ ਦੇ 1000 ਥਾਲ ਅਤੇ 29 ਛੁਰੀਆਂ ਸੋਨੇ ਦੇ 30 ਕਟੋਰ ਦਾਨ ਚਾਂਦੀ ਦੇ ਦੂਜੀ ਪ੍ਰਕਾਰ ਦੇ 410 ਕੌਲ ਤੇ ਦੂਜੇ ਭਾਂਡੇ 1000 ਸੋਨੇ ਚਾਂਦੀ ਦੇ ਸਾਰੇ ਭਾਂਡੇ 5400 ਸਨ। ਸ਼ੇਸ਼ ਬਸਰ ਇਹਨਾਂ ਸਭਨਾਂ ਨੂੰ ਬਾਬਲ ਤੋਂ ਯਰੂਸ਼ਲਮ ਨੂੰ ਮੁੜਨ ਵਾਲਿਆਂ ਬੰਧੂਆਂ ਨਾਲ ਲੈ ਆਇਆ। ਅਜ਼ਰਾ ਬਾਪ 2। ਮੁੜਨ ਵਾਲਿਆਂ ਦੇ ਨਾਮ। ਇਹ ਉਸ ਸੂਬੇ ਦੇ ਲੋਕ ਹਨ ਜਿਹੜੇ ਉਹਨਾਂ ਬੰਧੂਆਂ ਦੀ ਅਸੀਰੀ ਤੋਂ
ਜਿਨ੍ਹਾਂ ਨੂੰ ਨਬੂਕਦਨਸਰ ਬਾਬਲ ਦਾ ਪਾਤਸ਼ਾਹ ਬਾਬਲ ਵਿੱਚ ਲੈ ਗਿਆ ਸੀ। ਯਹੂਦਾ ਔਰ ਯਰੂਸ਼ਲਮ ਨੂੰ ਹਰ ਇੱਕ ਆਪਣੇ ਸ਼ਹਿਰ ਨੂੰ ਮੁੜ ਆਏ। ਜਿਹੜੇ ਜ਼ਰੂਬਾਬਲ ਨਾਲ ਆਏ ਇਹ ਸਨ ਯੇਸ਼ੂਆ, ਨਹਮਯਾਹ, ਸਰਾਯਾਹ, ਰਾਇਲਾਯਾਹ, ਮਾਰਦਕਈ, ਬਿਲਸ਼ਾਨ, ਮਿਸਪਾਰ, ਬਿਗਵਈ, ਰਹੂਮ, ਬਨਾ। ਇਜ਼ਰਾਈਲੀ ਪਰਜਾ ਦੇ ਮਨੁੱਖਾਂ ਦੀ ਗਿਣਤੀ ਫਰੋਸ਼ ਦੀ ਸੰਤਾਨ 2172। ਸਫਟਿਯਾਹ ਦੀ ਸੰਤਾਨ 372। ਆਰਾ ਦੀ ਸੰਤਾਨ 775। ਫਹਤ ਮੋਆਬ ਦੀ ਸੰਤਾਨ ਯੇਸ਼ੂਆ ਯੋਆਬ ਦੇ ਪੁੱਤਰਾਂ ਵਿੱਚੋਂ 2812। ਏਲਾਮ ਦੀ ਸੰਤਾਨ 1254। ਜੱਤੂ ਦੀ ਸੰਤਾਨ 945। ਜ਼ਕਈ ਦੀ ਸੰਤਾਨ 760। ਬਾਨੀ ਦੀ ਸੰਤਾਨ 642। ਬੇਬਾਈ ਦੀ ਸੰਤਾਨ 623। ਅਜ਼ਗਾਦ ਦੀ ਸੰਤਾਨ 1222। ਅਦੋਨਿਕਾਮ ਦੀ ਸੰਤਾਨ 666। ਬਿਗਵਈ ਦੀ ਸੰਤਾਨ 2056। ਆਦੀਨ ਦੀ ਸੰਤਾਨ 454। ਆਟੇਰ ਦੀ ਸੰਤਾਨ ਹਿਜ਼ਕੀਯਾਹ ਲਈ 98। ਬੇਸਾਈ ਦੀ ਸੰਤਾਨ 323। ਯੋਰਾ ਦੀ ਸੰਤਾਨ 112। ਹਸੂਮ ਦੀ ਸੰਤਾਨ 223। ਗਿਬਾਰ ਦੀ ਸੰਤਾਨ 95। ਬੈਤਲਹਮ ਦੀ ਸੰਤਾਨ 123। ਨਟੋਫਾ ਦੇ ਮਨੁੱਖ 56। ਅਨਾਥੋਤ ਦੇ ਮਨੁੱਖ 128। ਅਜ਼ਮਾਵਤ ਦੀ ਸੰਤਾਨ 42। ਕਿਰਿਯਥ ਆਰੀਮ, ਕਫੀਰਾ ਤੇ ਬੈਰੋਤ ਦੀ ਸੰਤਾਨ 743। ਰਾਮਾ ਤੇ ਗਾਬਾ ਦੀ ਸੰਤਾਨ 621। ਮਿਕਮਾਸ ਦੇ ਮਨੁੱਖ 122। ਬੈਥੇਲ ਤੇ ਆਈ ਦੇ ਮਨੁੱਖ 223। ਨਬੋ ਦੀ ਸੰਤਾਨ 52। ਮਗਬੀਸ਼ ਦੀ ਸੰਤਾਨ 156। ਦੂਜੇ ਏਲਾਮ ਦੀ ਸੰਤਾਨ 1254। ਹਾਰੀਮ ਦੀ ਸੰਤਾਨ 320। ਲੋਦ, ਹਦੀਦ ਤੇ ਉਨੋ ਦੀ ਸੰਤਾਨ 725।
ਯਰੇਹੋ ਦੀ ਸੰਤਾਨ 345। ਸਨਾਆ ਦੀ ਸੰਤਾਨ 3630। ਜਾਜਕ ਯਦਾਯਾ ਦੀ ਸੰਤਾਨ ਜੋ ਯੇਸ਼ੂਆ ਦੇ ਘਰਾਣੇ ਦੇ ਸਨ 973। ਇਮੇਰ ਦੀ ਸੰਤਾਨ 1052। ਪਸ਼ਹੂਰ ਦੀ ਸੰਤਾਨ 1247। ਗਰੀਮ ਦੀ ਸੰਤਾਨ 1017। ਲੇਵੀ ਯੇਸ਼ੂਆ ਤੇ ਕਦਮੇਲ ਦੀ ਸੰਤਾਨ ਜੋ ਹਦਵਿਆ ਦੀ ਸੰਤਾਨ ਦੇ ਸਨ 74। ਗਵਯੇ ਆਸਾਫ ਦੀ ਸੰਤਾਨ 128। ਦਰਬਾਨਾ ਦੀ ਸੰਤਾਨ ਸ਼ਲੂਮ ਦੀ ਸੰਤਾਨ ਆਟੇਰ ਦੀ ਸੰਤਾਨ ਟਲਮੋਨ ਦੀ ਸੰਤਾਨ ਆਕੂਬ ਦੀ ਸੰਤਾਨ ਹਟੀਟਾ ਦੀ ਸੰਤਾਨ ਸੋਬਈ ਦੀ ਸੰਤਾਨ ਸਾਰੇ 139। ਨਥੀਨੇਮ ਸੀਹਾ ਦੀ ਸੰਤਾਨ ਹਸੂਫਾ ਦੀ ਸੰਤਾਨ ਟਬੋਥ ਦੀ ਸੰਤਾਨ ਕੇਰੋਸ ਦੀ ਸੰਤਾਨ ਸਿਆਹ ਦੀ ਸੰਤਾਨ ਪਾਦੋਨ ਦੀ ਸੰਤਾਨ ਲਬਾਨਾ ਦੀ ਸੰਤਾਨ ਹਗਾਬਾ ਦੀ ਸੰਤਾਨ ਆਕੂਬ ਦੀ ਸੰਤਾਨ ਹਾਗਾਬ ਦੀ ਸੰਤਾਨ ਸ਼ਮਲਈ ਦੀ ਸੰਤਾਨ ਹਨਾਨ ਦੀ ਸੰਤਾਨ ਗਿਦੇਰ ਦੀ ਸੰਤਾਨ ਗਾਹਰ ਦੀ ਸੰਤਾਨ ਗਯਾਯਾ ਦੀ ਸੰਤਾਨ ਰਸੀਨ ਦੀ ਸੰਤਾਨ ਨਕੋਦਾ ਦੀ ਸੰਤਾਨ ਗਜ਼ਾਮ ਦੀ ਸੰਤਾਨ ਊਜ਼ਾ ਦੀ ਸੰਤਾਨ ਪਾਸੇ ਆ ਦੀ ਸੰਤਾਨ ਬੇਸਾਈ ਦੀ ਸੰਤਾਨ ਅਸਨਾ ਦੀ ਸੰਤਾਨ ਮਾਉਨੀਮ ਦੀ ਸੰਤਾਨ ਨਫੂਸੀਮ ਦੀ ਸੰਤਾਨ ਬਕਬੂਕ ਦੀ ਸੰਤਾਨ ਹਕੂਫਾ ਦੀ ਸੰਤਾਨ ਹਰਹੂਰ ਦੀ ਸੰਤਾਨ ਬਸਲੂਥ ਦੀ ਸੰਤਾਨ ਮਹੀਦਾ ਦੀ ਸੰਤਾਨ ਹਰਸ਼ਾ ਦੀ ਸੰਤਾਨ ਬਰਕੋਸ ਦੀ ਸੰਤਾਨ ਸੀਸਰਾ ਦੀ ਸੰਤਾਨ ਥਮਾ ਦੀ ਸੰਤਾਨ ਨਸੀ ਦੀ ਸੰਤਾਨ ਹਟੀਫਾ ਦੀ ਸੰਤਾਨ ਸੁਲੇਮਾਨ ਦੇ ਟਹਿਲੂਆਂ ਦੀ ਸੰਤਾਨ ਸੋਟਈ ਦੀ ਸੰਤਾਨ ਸੋਫਰਥ ਦੀ ਸੰਤਾਨ ਪਰੂਦਾ ਦੀ ਸੰਤਾਨ ਯਾਲਾ ਦੀ ਸੰਤਾਨ ਦਰਕੋਨ ਦੀ ਸੰਤਾਨ ਗਿਦੇਲ ਦੀ ਸੰਤਾਨ ਸਫਟਿਆ ਦੀ ਸੰਤਾਨ ਹਟੀਲ ਦੀ ਸੰਤਾਨ ਪੋਖਰਥ ਹਾਸਬਾਈਮ ਦੀ ਸੰਤਾਨ ਆਮੀ ਦੀ ਸੰਤਾਨ ਸਾਰੇ ਨਥੀਨੀਮ ਤੇ ਸੁਲੇਮਾਨ ਦੇ ਟਹਿਲੂਆਂ ਦੀ ਸੰਤਾਨ 392 ਸਨ ਅਤੇ ਇਹ ਉਹ ਹਨ ਜਿਹੜੇ ਤੇਲ ਮੇਲਾ ਤੇਲ ਹਰਸਾ ਕਰੂਬ ਆਦਾਨ
ਇਹ ਮੇਰ ਤੋਂ ਉਤਾਹਾਂ ਗਏ, ਪਰ ਉਹ ਆਪਣੇ ਪਿਤਰਾਂ ਦੇ ਘਰਾਣੇ ਤੇ ਆਪਣੀ ਨਸਲ ਨੂੰ ਨਾ ਦੱਸ ਸਕੇ, ਭਾਈ ਉਹ ਇਜ਼ਰਾਈਲ ਦੇ ਸਨ ਕਿ ਨਹੀਂ। ਦਲਾਯਾਹ ਦੀ ਸੰਤਾਨ, ਟੋਬੀਯਾਹ ਦੀ ਸੰਤਾਨ, ਨਕੋਦਾ ਦੀ ਸੰਤਾਨ 652, ਅਤੇ ਜਾਜਕਾਂ ਦੀ ਸੰਤਾਨ ਤੋਂ ਹਬਿਯਾਹ ਦੀ ਸੰਤਾਨ, ਹਕੋਸ ਦੀ ਸੰਤਾਨ, ਬਰਜ਼ਲਈ ਦੀ ਸੰਤਾਨ, ਜਿਸ ਨੇ ਗਿਲਆਦੀ ਬਰਜ਼ਲਈ ਦੀਆਂ ਧੀਆਂ ਵਿੱਚੋਂ ਇੱਕ ਵਹੁਟੀ ਲਈ ਅਤੇ ਉਹਨਾਂ ਦੇ ਨਾਂ ਉੱਤੇ ਸੱਦਿਆ ਗਿਆ। ਇਹਨਾਂ ਨੇ ਆਪਣੀਆਂ ਲਿਖਤਾਂ ਨੂੰ ਵੰਸੌਲੀਆਂ ਵਾਲਿਆਂ ਵਿੱਚੋਂ ਭਾਲਿਆ, ਪਰ ਜਦ ਉਹ ਨਾ ਮਿਲੀਆਂ ਤਦ ਉਹ ਅਸ਼ੁੱਧ ਠਹਿਰ ਕੇ ਜਾਜਕਾਈ ਵਿੱਚੋਂ ਕੱਢੇ ਗਏ। ਅਤੇ ਪ੍ਰਧਾਨ ਨੇ ਆਖਿਆ ਕਿ ਜਦ ਤੱਕ ਕੋਈ ਜਾਜਕ ਉਰੀਮ ਤੇ ਥੁਮੀਮ ਨਾਲ ਖੜਾ ਨਾ ਹੋ ਜਾਵੇ, ਤਦ ਤੀਕ ਉਹ ਅਤ ਪਵਿੱਤਰ ਵਸਤੂਆਂ ਵਿੱਚੋਂ ਕੁਝ ਖਾਣਾ ਨਾ ਪਾਉਣ। ਸਾੜੀ ਦੀ ਸਾਰੀ ਸਭਾ 42,360 ਸੀ। ਇਹ ਉਹਨਾਂ ਦੇ ਟਹਿਲੂਆਂ ਤੇ ਟਹਿਲਣਾ ਤੋਂ ਬਿਨਾਂ ਸੀ, ਜਿਨ੍ਹਾਂ ਦੀ ਗਿਣਤੀ 7,337 ਸੀ, ਅਤੇ ਉਹਨਾਂ ਵਿੱਚ 200 ਰਾਗੀ ਤੇ ਰਾਗਣਾ ਸਨ। ਉਹਨਾਂ ਦੇ ਘੋੜੇ 736 ਸਨ। ਉਹਨਾਂ ਦੀਆਂ ਖੱਚਰਾਂ 245, ਉਹਨਾਂ ਦੇ ਊਠ 435, ਉਹਨਾਂ ਦੇ ਖੋਤੇ 6,720। ਜਦ ਪਿਤਰਾਂ ਦੇ ਘਰਾਨਿਆਂ ਦੇ ਮੁਖੀਏ ਯਰੂਸ਼ਲਮ ਵਿੱਚ ਯਹੋਵਾ ਦੇ ਭਵਨ ਵਿੱਚ ਆਏ, ਤਦ ਕਈਆਂ ਨੇ ਯਹੋਵਾ ਦੇ ਭਵਨ ਲਈ ਖੁਸ਼ੀ ਨਾਲ ਦਾਨ ਦਿੱਤੇ, ਤਾਂ ਜੋ ਉਹ ਆਪਣੇ ਥਾਂ ਤੇ ਖੜਾ ਕੀਤਾ ਜਾਵੇ। ਉਹਨਾਂ ਨੇ ਆਪਣੀ ਵਿੱਤ ਅਨੁਸਾਰ ਉਸ ਕੰਮ ਦੇ ਖਜ਼ਾਨੇ ਵਿੱਚ 61,000 ਸੋਨੇ ਦੇ ਦਾਰਕ ਤੇ 5,000 ਮਣਾ ਚਾਂਦੀ ਤੇ 100 ਜਾਜਕਾਂ ਦੇ ਚੋਗੇ ਦੇ ਦਿੱਤੇ। ਸੋ ਜਾਜਕ ਤੇ ਲੇਵੀ ਤੇ ਪਰਜਾ ਵਿੱਚੋਂ ਕੁਝ ਤੇ ਗਵਈਏ ਤੇ ਦਰਬਾਨ ਤੇ ਨਥੀਨੀਮ ਆਪਣੇ ਸ਼ਹਿਰਾਂ ਵਿੱਚ ਅਤੇ ਸਾਰੇ ਇਜ਼ਰਾਈਲੀ ਆਪਣੇ ਸ਼ਹਿਰਾਂ ਵਿੱਚ ਵਸੇ। ਅਜ਼ਰਾ ਬਾਪ 3। ਯਰੂਸ਼ਲਮ ਵਿੱਚ ਫੇਰ ਉਪਾਸਨਾ। ਜਦੋਂ 7ਵਾਂ ਮਹੀਨਾ ਆਇਆ ਤਾਂ ਇਜ਼ਰਾਈਲੀ ਨਗਰੀ ਵਸ ਗਏ, ਤਾਂ ਲੋਕ ਇੱਕ ਤਨ ਹੋ ਕੇ ਯਰੂਸ਼ਲਮ ਵਿੱਚ ਇਕੱਠੇ ਹੋਏ। ਤਦ ਯੇਸ਼ੂਆ ਯੋਸਾਦਕ ਦਾ ਪੁੱਤਰ ਔਰ ਉਹਦੇ ਭਰਾ ਜਾਜਕ ਅਤੇ ਸ਼ਾਲਤੀਏਲ ਦਾ ਪੁੱਤਰ ਜ਼ਰੂਬਾਬਲ ਤੇ ਉਹਦੇ ਭਰਾ ਉੱਠ ਖਲੋਤੇ ਤੇ ਇਜ਼ਰਾਈਲ ਦੇ ਪਰਮੇਸ਼ਵਰ ਦੀ ਜਗਵੇਦੀ ਨੂੰ ਬਣਾਇਆ, ਤਾਂ ਜੋ ਉਹਦੇ ਉੱਤੇ ਹੋਮ ਬਲੀਆਂ ਚੜਾਉਣ, ਜਿਵੇਂ ਪਰਮੇਸ਼ਵਰ ਦੇ ਮਰਦ ਮੂਸਾ ਦੀ ਵਿਵਸਥਾ ਵਿੱਚ ਲਿਖਿਆ ਸੀ। ਸੋ ਉਹਨਾਂ ਨੇ ਜਗਵੇਦੀ ਨੂੰ ਉਹਦੇ ਥਾਂ ਤੇ ਟਿਕਾਇਆ, ਕਿਉਂ ਜੋ ਉਹਨਾਂ ਨੂੰ ਦੇਸ-ਦੇਸ ਦਿਆਂ ਲੋਕਾਂ ਦਾ ਡਰ ਸੀ, ਅਤੇ ਉਹ ਉਸ ਦੇ ਉੱਤੇ ਯਹੋਵਾ ਲਈ ਹੋਮ ਬਲੀਆਂ ਅਰਥਾਤ ਸਵੇਰ ਤੇ
ਸਾਂਝ ਦੀਆਂ ਹੋਮ ਬਲੀਆਂ ਚੜਾਉਣ ਲੱਗੇ ਅਤੇ ਉਹਨਾਂ ਨੇ ਲਿਖੇ ਅਨੁਸਾਰ ਡੇਰਿਆਂ ਦਾ ਪਰਬ ਮਨਾਇਆ ਅਤੇ ਰੋਜ਼ ਦੀਆਂ ਹੋਮ ਬਲੀਆਂ ਗਿਣ ਕੇ ਹੁਕਮਨਾਮੇ ਅਨੁਸਾਰ ਜਿਵੇਂ ਹਰ ਦਿਨ ਦੀ ਰੀਤ ਸੀ ਚੜਾਈਆਂ। ਉਹਦੇ ਪਿੱਛੋਂ ਸਦਾ ਦੀ ਹੋਮ ਬਲੀ ਤੇ ਅਮਸੀਆਂ ਤੇ ਯਹੋਵਾ ਦਿਆਂ ਸਭਨਾ ਠਹਿਰਾਈਆਂ ਹੋਇਆਂ ਪਰਬਾਂ ਤੇ ਪਵਿੱਤਰ ਕੀਤੀਆਂ ਹੋਈਆਂ ਵਸਤੂਆਂ ਦੀਆਂ ਭੇਟਾਂ ਚੜਾਈਆਂ। ਨਾਲੇ ਹਰ ਪੁਰਸ਼ ਦੀ ਖੁਸ਼ੀ ਦੀ ਭੇਟ ਜੋ ਉਹ ਆਪਣੀ ਖੁਸ਼ੀ ਨਾਲ ਯਹੋਵਾ ਨੂੰ ਚੜਾਉਂਦਾ ਸੀ। 7ਵੇਂ ਮਹੀਨੇ ਦੇ ਪਹਿਲੇ ਦਿਨ ਤੋਂ ਉਹ ਯਹੋਵਾ ਨੂੰ ਹੋਮ ਬਲੀਆਂ ਚੜਾਉਣ ਲੱਗੇ। ਪਰ ਯਹੋਵਾ ਦੀ ਹੈਕਲ ਦੀ ਨਿਉ ਅਜੇ ਰੱਖੀ ਨਹੀਂ ਗਈ ਸੀ ਅਤੇ ਉਹਨਾਂ ਨੇ ਰਾਜਾਂ ਤੇ ਤਰਖਾਣਾਂ ਨੂੰ ਰੁਪਿਆ ਦਿੱਤਾ ਅਤੇ ਸਿਦੋਨੀਆਂ ਤੇ ਸੂਰੀਆਂ ਨੂੰ ਖਾਣਾ ਪੀਣਾ ਤੇ ਤੇਲ ਦਿੱਤਾ ਤਾਂ ਜੋ ਉਹ ਫਾਰਸ ਦੇ ਪਾਤਸ਼ਾਹ ਕੋਰਸ਼ ਦੇ ਉਹਨਾਂ ਨੂੰ ਦਿੱਤੇ ਪਰਵਾਨੇ ਅਨੁਸਾਰ ਲਬਾਨੋਨ ਤੋਂ ਦਿਆਰ ਦੀ ਲੱਕੜੀ ਸਮੁੰਦਰ ਦੇ ਰਾਹ ਯਾਫਾ ਨੂੰ ਲਿਆਉਣ। ਤਦ ਉਹਨਾਂ ਦੇ ਪਰਮੇਸ਼ਵਰ ਦੇ ਭਵਨ ਵਿੱਚ ਜੋ ਯਰੂਸ਼ਲਮ ਵਿੱਚ ਹੈ ਆ ਪੁੱਜਣ ਦੇ ਪਿੱਛੋਂ ਦੂਜੇ ਵਰੇ ਦੇ ਦੂਜੇ ਮਹੀਨੇ ਸ਼ਾਇਲਤੇਲ ਦੇ ਪੁੱਤਰ ਜ਼ਰੂਬਾਬਲ ਤੇ ਯੋਸਾਦਾਕ ਦੇ ਪੁੱਤਰ ਯੇਸ਼ੂਆ ਨੇ ਤੇ ਉਹਨਾਂ ਦੇ ਬਾਕੀ ਭਰਾ ਜਾਜਕਾਂ ਤੇ ਲੇਵੀਆਂ ਤੇ ਸਭਨਾਂ ਨੇ ਜੋ ਅਸੀਰੀ ਤੋਂ ਮੁੜ ਕੇ ਯਰੂਸ਼ਲਮ ਨੂੰ ਆਏ ਸਨ ਕੰਮ ਸ਼ੁਰੂ ਕੀਤਾ ਅਤੇ ਲੇਵੀਆਂ ਨੂੰ ਜੋ 20 ਵਰਿਆਂ ਦੇ ਜਾਂ ਉਸ ਤੋਂ ਉੱਪਰ ਦੇ ਸਨ ਪਰਮੇਸ਼ਵਰ ਦੇ ਭਵਨ ਦੇ ਕੰਮ ਦੀ ਵੇਖਭਾਲ ਉੱਤੇ ਥਾਪਿਆ। ਤਦ ਯੇਸ਼ੂਆ ਤੇ ਉਹਦੇ ਪੁੱਤਰ ਤੇ ਭਰਾ ਅਤੇ ਕਦਮੀਏਲ ਤੇ ਉਹਦੇ ਪੁੱਤਰ ਜਿਹੜੇ ਯਹੂਦਾ ਦੀ ਅੰਸ਼ ਤੋਂ ਸਨ ਮਿਲ ਕੇ ਉੱਠੇ ਭਾਈ ਪਰਮੇਸ਼ਵਰ ਦੇ ਭਵਨ ਵਿੱਚ ਕਾਰੀਗਰਾਂ ਦੀ ਵੇਖਭਾਲ ਕਰਨ ਅਤੇ ਹੇਨਾਦਾਦ ਦੇ ਪੁੱਤਰ ਤੇ ਭਰਾ ਵੀ ਜਿਹੜੇ ਲੇਵੀ ਸਨ ਉਹਨਾਂ ਦੇ ਨਾਲ ਸਨ। ਜਦੋਂ ਰਾਜਿਆਂ ਨੇ ਯਹੋਵਾ ਦੀ ਹੈਕਲ ਦੀ ਨਿਉ ਰੱਖੀ ਤਾਂ ਜਾਜਕ ਆਪਣੇ ਬਸਤਰ ਪਾ ਕੇ ਤੇ ਤੁਰੀਆਂ ਲੈ ਕੇ ਤੇ ਅਸਾਫ ਦੀ ਵੰਸ਼ ਦੇ ਲਈ ਛੈਣੇ ਲੈ ਕੇ ਖੜੇ ਹੋਏ ਭਾਈ ਇਜ਼ਰਾਈਲ ਦੇ ਪਾਤਸ਼ਾਹ ਦਾਊਦ ਦੇ ਹੁਕਮ ਅਨੁਸਾਰ ਯਹੋਵਾ ਦੀ ਉਸਤਤ ਕਰਨ ਅਤੇ ਉਹ ਵਾਰੀ-ਵਾਰੀ ਯਹੋਵਾ ਦੀ ਉਸਤਤ ਤੇ ਧੰਨਵਾਦ ਗਾ ਕੇ ਆਖਣ ਲੱਗੇ ਕਿ ਉਹ ਭਲਾ ਹੈ ਤੇ ਉਹਦੀ ਦਇਆ ਇਜ਼ਰਾਈਲ ਉੱਤੇ ਸਦੀਪ ਕਾਲ ਦੀ ਹੈ। ਯਹੋਵਾ ਦੀ ਉਸਤਤ ਕਰਦਿਆਂ ਸਾਰੇ ਲੋਕਾਂ ਨੇ ਉੱਚੀ ਦਿੱਤੀ ਲਲਕਾਰਿਆ ਇਸ ਲਈ ਕਿ ਯਹੋਵਾ ਦੇ ਭਵਨ ਦੀ ਨਿਉ ਧਰੀ ਗਈ ਸੀ। ਪਰੰਤੂ ਜਾਜਕਾਂ ਤੇ ਲੇਵੀਆਂ ਦੇ ਪਿਤਰਾਂ ਦੇ ਘਰਾਨਿਆਂ ਦੇ ਮੁਖੀਆਂ ਵਿੱਚੋਂ ਬਹੁਤ ਸਾਰੇ ਬੁੱਢੇ ਲੋਕ ਜਿਨ੍ਹਾਂ ਨੇ ਪਹਿਲੇ ਭਵਨ ਨੂੰ ਵੇਖਿਆ ਸੀ ਜਿਸ ਵੇਲੇ ਇਸ ਭਵਨ ਦੀ ਨਿਉ ਉਹਨਾਂ ਦੀਆਂ ਅੱਖੀਆਂ ਦੇ ਸਾਹਮਣੇ ਧਰੀ ਗਈ ਤਾਂ ਉੱਚੀ-ਉੱਚੀ ਰੋਣ ਲੱਗ ਪਏ ਅਤੇ ਬਥੇਰੇ ਨਿਹਾਲ ਹੋ ਕੇ ਉੱਚੇ ਸ਼ਬਦ ਨਾਲ ਲਲਕਾਰੇ। ਇੱਥੋਂ ਤਾਈਂ ਭਾਈ ਲੋਕ ਆਨੰਦ ਦੀ ਲਲਕਾਰ ਤੇ ਪਰਜਾ ਦੇ ਰੋਣ ਦੀ ਡੰਡ ਵਿੱਚ ਨਖੇੜਾ ਨਾ ਕਰ ਸਕੇ
ਕਿਉਂ ਜੋ ਲੋਕ ਉੱਚੀ ਉੱਚੀ ਲਲਕਾਰਦੇ ਸਨ ਤੇ ਰੌਲਾ ਦੂਰ ਤਾਈਂ ਸੁਣੀਂਦਾ ਸੀ। ਅਜ਼ਰਾ ਬਾਪ 4 ਵੈਰੀ ਕੰਮ ਨੂੰ ਰੋਕਦੇ ਹਨ। ਜਦੋਂ ਯਹੂਦਾ ਤੇ ਬਿਨਯਾਮੀਨ ਦੇ ਵਿਰੋਧੀਆਂ ਨੇ ਸੁਣਿਆ ਭਾਈ ਜੋ ਬੰਧੂਏ ਸਨ ਉਹ ਯਹੋਵਾ ਇਜ਼ਰਾਈਲ ਦੇ ਪਰਮੇਸ਼ਵਰ ਦੇ ਲਈ ਹੈਕਲ ਬਣਾ ਰਹੇ ਹਨ, ਤਾਂ ਜ਼ਰੂਬਾਬਲ ਤੇ ਪਿਤਰਾਂ ਦੇ ਘਰਾਨਿਆਂ ਦੇ ਮੁਖੀਆਂ ਦੇ ਕੋਲ ਆ ਕੇ ਆਖਣ ਲੱਗੇ, ਭਾਈ ਸਾਨੂੰ ਵੀ ਬਣਾਉਣ ਦਿਓ, ਕਿਉਂ ਜੋ ਤੁਹਾਡੇ ਵਾਂਗ ਅਸੀਂ ਵੀ ਤੁਹਾਡੇ ਪਰਮੇਸ਼ਵਰ ਦੀ ਖੋਜ ਵਿੱਚ ਹਾਂ, ਅਤੇ ਅਸੀਂ ਅਸੂਰ ਦੇ ਰਾਜਾ ਏਸਰਹਦਨ ਦੇ ਦਿਨਾਂ ਤੋਂ ਜੋ ਸਾਨੂੰ ਇੱਥੇ ਲਿਆਇਆ ਉਹਦੇ ਲਈ ਭੇਟ ਚੜਾਉਂਦੇ ਰਹੇ ਹਾਂ। ਪਰੰਤੂ ਜ਼ਰੂਬਾਬਲ ਤੇ ਯੇਸ਼ੂਆ ਤੇ ਇਜ਼ਰਾਈਲ ਦੇ ਪਿਤਰਾਂ ਦੇ ਘਰਾਨਿਆਂ ਦੇ ਬਾਕੀ ਮੁਖੀਆਂ ਨੇ ਉਹਨਾਂ ਨੂੰ ਆਖਿਆ, ਇਹ ਤੁਹਾਡਾ ਕੰਮ ਨਹੀਂ, ਭਾਈ ਸਾਡੇ ਨਾਲ ਸਾਡੇ ਪਰਮੇਸ਼ਵਰ ਦੇ ਲਈ ਭਵਨ ਬਣਾਓ, ਸਗੋਂ ਅਸੀਂ ਆਪੇ ਯਹੋਵਾ ਇਜ਼ਰਾਈਲ ਦੇ ਪਰਮੇਸ਼ਵਰ ਦੇ ਲਈ ਉਹਨੂੰ ਬਣਾ ਲਵਾਂਗੇ, ਜਿਵੇਂ ਫਾਰਸ ਦੇ ਪਾਤਸ਼ਾਹ ਕੋਰਸ਼ ਨੇ ਸਾਨੂੰ ਆਗਿਆ ਦਿੱਤੀ ਹੈ। ਤਦ ਦੇਸ਼ ਦੇ ਲੋਕ ਯਹੂਦਾ ਦੀ ਪਰਜਾ ਦੇ ਹੱਥ ਢਿੱਲੇ ਕਰਨ ਔਰ ਬਣਾਉਣ ਦੇ ਵੇਲੇ ਉਹਨਾਂ ਨੂੰ ਕਸ਼ਟ ਦੇਣ ਲੱਗੇ, ਅਤੇ ਫਾਰਸ ਦੇ ਪਾਤਸ਼ਾਹ ਕੋਰਸ਼ ਦੇ ਦਿਨਾਂ ਤੋਂ ਲੈ ਕੇ ਫਾਰਸ ਦੇ ਪਾਤਸ਼ਾਹ ਦਾਰਾ ਦੇ ਰਾਜ ਤਾਈਂ ਉਹਨਾਂ ਦੇ ਮਨੋਰਥ ਨੂੰ ਮੇਟਣ ਲਈ ਉਹਨਾਂ ਦੇ ਵਿਰੁੱਧ ਸਲਾਹਕਾਰਾਂ ਨੂੰ ਵੱਢੀ ਦਿੰਦੇ ਰਹੇ, ਅਤੇ ਅਹਸਵੇਰੋਸ਼ ਦੇ ਰਾਜ ਵਿੱਚ ਉਹਦੇ ਰਾਜ ਦੇ ਆਰੰਭ ਵਿੱਚ ਹੀ ਉਹਨਾਂ ਨੇ ਯਹੂਦਾ ਤੇ ਯਰੂਸ਼ਲਮ ਦੇ ਵਾਸੀਆਂ ਦੇ ਵਿਰੁੱਧ ਊਜਾਂ ਲਿਖੀਆਂ, ਅਤੇ ਅਰਤਹਸ਼ਸਤਾ ਦੇ ਦਿਨੀ ਬਿਸ਼ਲਾਮ, ਮਿਥਰਦਾਥ, ਟਾਬੇਲ ਤੇ ਉਹਦੇ ਬਾਕੀ ਸਾਥੀਆਂ ਨੇ ਫਾਰਸ ਦੇ ਪਾਤਸ਼ਾਹ ਅਰਤਹਸ਼ਸਤਾ ਨੂੰ ਲਿਖਿਆ, ਅਤੇ ਉਹਨਾਂ ਦੀ ਚਿੱਠੀ ਅਰਾਮੀ ਅੱਖਰਾਂ ਤੇ ਅਰਾਮੀ ਬੋਲੀ ਵਿੱਚ ਲਿਖੀ ਹੋਈ ਸੀ। ਰਹੂਮ ਰਾਜ ਮੰਤਰੀ ਤੇ ਸ਼ਿਮਸ਼ਈ ਲਿਖਾਰੀ ਨੇ ਅਰਤਹਸ਼ਸਤਾ ਪਾਤਸ਼ਾਹ ਨੂੰ ਯਰੂਸ਼ਲਮ ਦੇ ਵਿਰੁੱਧ ਇਉਂ ਇੱਕ ਚਿੱਠੀ ਲਿਖੀ। ਤਦ ਰਹੂਮ ਰਾਜ ਮੰਤਰੀ ਤੇ ਸ਼ਿਮਈ ਲਿਖਾਰੀ ਤੇ ਉਹਨਾਂ ਦੇ ਬਾਕੀ ਸਾਥੀਆਂ ਨੇ ਲਿਖਿਆ, ਅਰਥਾਤ ਉਹਨਾਂ ਨੇ ਜੋ ਦਿਨਾਈ ਤੇ ਅਫਰਸਥਕਾਈ ਤੇ ਟਰਪਲਾਈ, ਅਫਰਸਾਈ, ਅਰਕਵਾਈ, ਬਬਲਾਈ, ਸ਼ੁਸ਼ਨਕਾਈ, ਦਹਾਵੀ, ਏਲਮਾਈ ਸਨ। ਨਾਲੇ ਬਾਕੀ ਉਹਨਾਂ ਉਮਤਾਂ ਨੇ ਜਿਨ੍ਹਾਂ ਨੂੰ ਆਸ ਨਪਰ ਨੇ ਜੋ ਮੰਨਿਆ ਦੰਨਿਆ ਤੇ ਪੱਤ ਵਾਲਾ ਸੀ, ਪਾਰ ਲਿਜਾ ਕੇ ਸਾਮਰੀਆ ਨਗਰ ਤੇ ਨਦੀ ਦੇ ਉਰਾਰ ਦੇ ਬਾਕੀ ਦੇਸ਼ ਵਿੱਚ ਵਸਾਇਆ, ਵਗੈਰਾ ਵਗੈਰਾ। ਉਸ ਚਿੱਠੀ ਦੀ ਨਕਲ ਜੋ ਉਹਨਾਂ ਨੇ ਅਰਤਹਸ਼ਸਤਾ ਪਾਤਸ਼ਾਹ ਦੇ ਕੋਲ ਘੱਲੀ ਇਹ ਹੈ, ਤੁਹਾਡੇ ਦਾਸ ਉਹ ਲੋਕ ਜੋ ਦਰਿਆਓਂ ਪਾਰ ਰਹਿੰਦੇ ਹਨ, ਵਗੈਰਾ ਵਗੈਰਾ। ਪਾਤਸ਼ਾਹ ਨੂੰ ਪਤਾ ਹੋਵੇ ਭਾਈ ਯਹੂਦੀ ਜੋ ਤੁਹਾਡੇ ਕੋਲੋਂ ਸਾਡੀ ਵੱਲ ਯਰੂਸ਼ਲਮ ਵਿੱਚ ਆਏ ਹਨ, ਉਸ ਆਕੀ ਤੇ ਕੁਪੱਤੇ ਸ਼ਹਿਰ ਨੂੰ
ਬਣਾ ਰਹੇ ਹਨ ਅਤੇ ਕੰਧਾਂ ਨੂੰ ਮੁਕਾ ਤੇ ਨੀਹਾਂ ਨੂੰ ਸੁਧਾਰ ਚੁੱਕੇ ਹਨ। ਪਾਤਸ਼ਾਹ ਨੂੰ ਮਾਲੂਮ ਹੋਵੇ ਭਾਈ ਜੇ ਇਹ ਸ਼ਹਿਰ ਬਣ ਜਾਵੇ ਤਾਂ ਕੰਧਾਂ ਨਿਬੜ ਜਾਣ ਤਾਂ ਉਹ ਕਰ ਤੇ ਚੁੰਗੀ ਤੇ ਮਾਮਲਾ ਨਹੀਂ ਦੇਣਗੇ ਤੇ ਅੰਤ ਵਿੱਚ ਪਾਤਸ਼ਾਹੀ ਮਾਮਲੇ ਵਿੱਚ ਘਾਟਾ ਪੈ ਜਾਵੇਗਾ। ਇਸ ਲਈ ਜੋ ਅਸੀਂ ਪਾਤਸ਼ਾਹ ਦਾ ਲੂਣ ਖਾਂਦੇ ਹਾਂ ਤੇ ਉਚਿਤ ਨਹੀਂ ਭਾਈ ਸਾਡੇ ਸਾਹਮਣੇ ਪਾਤਸ਼ਾਹ ਦਾ ਅਪਮਾਨ ਹੋਵੇ ਤਾਂ ਅਸਾਂ ਲਿਖ ਕੇ ਪਾਤਸ਼ਾਹ ਨੂੰ ਚਿਤਾਰਿਆ ਹੈ ਤਾਂ ਜੋ ਤੁਹਾਡੇ ਪਿਓ ਦਾਦੇ ਦੇ ਇਤਿਹਾਸ ਦੀ ਪੋਥੀ ਵਿੱਚ ਪੜਤਾਲ ਕੀਤੀ ਜਾਵੇ ਤਾਂ ਉਸ ਇਤਿਹਾਸ ਦੀ ਪੋਥੀ ਵਿੱਚੋਂ ਮਹਾਰਾਜ ਨੂੰ ਪੱਕਾ ਪਤਾ ਲੱਗ ਜਾਵੇ। ਭਾਈ ਇਹ ਸ਼ਹਿਰ ਇੱਕ ਆਕੀ ਸ਼ਹਿਰ ਹੈ ਜੋ ਰਾਜਿਆਂ ਤੇ ਸੂਬਿਆਂ ਦੀ ਹਾਨੀ ਕਰਦਾ ਰਿਹਾ ਹੈ ਤੇ ਪ੍ਰਾਚੀਨ ਕਾਲ ਤੋਂ ਉਹਦੇ ਵਿੱਚ ਦੰਗੇ ਹੁੰਦੇ ਰਹੇ ਹਨ। ਇਸ ਕਰਕੇ ਇਹ ਸ਼ਹਿਰ ਉਜਾੜ ਦਿੱਤਾ ਗਿਆ ਸੀ। ਅਸੀਂ ਪਾਤਸ਼ਾਹ ਨੂੰ ਚਿਤਾਰਦੇ ਹਾਂ ਕਿ ਜੇ ਇਹ ਸ਼ਹਿਰ ਬਣ ਜਾਵੇ ਤੇ ਇਹਦੀਆਂ ਕੰਧਾਂ ਉਸਾਰੀਆਂ ਜਾਣ ਤਾਂ ਇਸ ਕਾਰਨ ਦਰਿਆਓਂ ਪਾਰ ਤੁਹਾਡਾ ਕੋਈ ਹਿੱਸਾ ਨਹੀਂ ਰਹਿਣਾ। ਤਦ ਪਾਤਸ਼ਾਹ ਨੇ ਰਹੂਮ ਰਾਜ ਮੰਤਰੀ ਤੇ ਸ਼ਿਮਸ਼ਈ ਲਿਖਾਰੀ ਤੇ ਉਹਨਾਂ ਦੇ ਬਾਕੀ ਸਾਥੀਆਂ ਨੂੰ ਜੋ ਸਾਮਰੀਆ ਤੇ ਦਰਿਆਓਂ ਪਾਰ ਦੇ ਬਾਕੀ ਦੇਸ਼ ਵਿੱਚ ਰਹਿੰਦੇ ਸਨ ਇੱਕ ਉੱਤਰ ਘੱਲਿਆ ਕਿ ਸਲਾਮ ਵਗੈਰਾ ਵਗੈਰਾ ਜੋ ਚਿੱਠੀ ਤੁਸਾਂ ਸਾਨੂੰ ਘੱਲੀ ਉਹ ਮੇਰੇ ਸਨਮੁਖ ਸਾਫ਼-ਸਾਫ਼ ਪੜ੍ਹੀ ਗਈ ਅਤੇ ਮੈਂ ਆਗਿਆ ਦਿੱਤੀ ਔਰ ਪੜਤਾਲ ਹੋਈ ਤੇ ਪਤਾ ਲੱਗਾ ਭਾਈ ਇਸ ਸ਼ਹਿਰ ਨੇ ਪੁਰਾਣੇ ਸਮਿਆਂ ਤੋਂ ਰਾਜਿਆਂ ਦੇ ਵਿਰੁੱਧ ਸਿਰ ਚੁੱਕਿਆ ਹੈ ਔਰ ਉਹਦੇ ਵਿੱਚ ਦੰਗਾ ਫਸਾਦ ਹੁੰਦਾ ਰਿਹਾ ਹੈ ਅਤੇ ਯਰੂਸ਼ਲਮ ਵਿੱਚ ਬਲਵੰਤ ਰਾਜੇ ਵੀ ਹੋਏ ਹਨ ਜਿਨ੍ਹਾਂ ਨੇ ਦਰਿਆਓਂ ਪਾਰ ਦੇ ਸਾਰੇ ਦੇਸ਼ਾਂ ਉੱਤੇ ਰਾਜ ਕੀਤਾ ਹੈ ਅਤੇ ਕਰ ਚੁੰਗੀ ਤੇ ਮਾਮਲਾ ਉਹਨਾਂ ਨੂੰ ਦਿੱਤਾ ਜਾਂਦਾ ਸੀ। ਹੁਣ ਤੁਸੀਂ ਹੁਕਮ ਕੱਢੋ ਭਾਈ ਇਹ ਲੋਕ ਕੰਮ ਬੰਦ ਕਰਨ ਤੇ ਜਦ ਤਾਈਂ ਮੇਰੀ ਵੱਲੋਂ ਆਗਿਆ ਨਾ ਨਿਕਲੇ ਇਹ ਸ਼ਹਿਰ ਨਾ ਬਣੇ। ਚੌਕਸ ਹੋਵੋ ਇਸ ਵਿੱਚ ਢਿੱਲ ਨਾ ਕਰਿਓ। ਰਾਜਿਆਂ ਦੀ ਹਾਨੀ ਲਈ ਬੁਰਿਆਈ ਕਿਉਂ ਵਧੇ। ਤਾਂ ਜਦੋਂ ਅਰਤਸ਼ਸ਼ਤਾ ਪਾਤਸ਼ਾਹ ਦੀ ਚਿੱਠੀ ਦੀ ਨਕਲ ਰਹੂਮ ਔਰ ਸ਼ਿਮਸ਼ਈ ਲਿਖਾਰੀ ਤੇ ਉਹਨਾਂ ਦੇ ਸਾਥੀਆਂ ਦੇ ਸਾਹਮਣੇ ਪੜ੍ਹੀ ਗਈ ਤਾਂ ਉਹ ਛੇਤੀ ਯਹੂਦੀਆ ਦੇ ਕੋਲ ਯਰੂਸ਼ਲਮ ਨੂੰ ਗਏ ਅਤੇ ਬਦੋ-ਬਦੀ ਧੱਕੇ ਨਾਲ ਉਹਨਾਂ ਨੂੰ ਰੋਕ ਛੱਡਿਆ। ਤਦ ਪਰਮੇਸ਼ਵਰ ਦੇ ਭਵਨ ਦਾ ਜੋ ਯਰੂਸ਼ਲਮ ਵਿੱਚ ਸੀ ਕੰਮ ਠੱਲਿਆ ਗਿਆ ਅਤੇ ਫਾਰਸ ਦੇ ਪਾਤਸ਼ਾਹ ਦਾਰਾ ਦੇ ਰਾਜ ਦੇ ਦੂਜੇ ਵਰ੍ਹੇ ਤਾਈਂ ਠੱਲਿਆ ਰਿਹਾ। ਅਜ਼ਰਾ ਬਾਪ 5 ਹੈਕਲ ਨੂੰ ਫੇਰ ਬਣਾਉਣਾ। ਤਦ ਇਹ ਨਬੀ ਅਰਥਾਤ ਹਗਈ ਨਬੀ ਤੇ ਈਦੋ ਦਾ ਪੁੱਤਰ ਜ਼ਕਰੀਆ ਉਹਨਾਂ ਯਹੂਦੀਆਂ ਦੇ ਅੱਗੇ ਜੋ ਯਹੂਦਾ ਤੇ ਯਰੂਸ਼ਲਮ ਵਿੱਚ ਸਨ ਇਜ਼ਰਾਈਲ ਦੇ ਪਰਮੇਸ਼ਵਰ ਦੇ ਨਾਮ ਤੇ ਅਗੰਮ ਵਾਕ ਬੋਲਣ ਲੱਗੇ। ਤਦ ਸ਼ਾਇਲਤੀਏਲ ਦਾ ਪੁੱਤਰ ਜ਼ਰੂਬਾਬਲ ਔਰ ਯਸਾਦਾਕ ਦਾ ਪੁੱਤਰ ਯੇਸ਼ੂਆ ਉੱਠੇ ਔਰ ਪਰਮੇਸ਼ਵਰ ਦੇ ਭਵਨ ਨੂੰ
ਜੋ ਯਰੂਸ਼ਲਮ ਵਿੱਚ ਸੀ ਬਣਾਉਣ ਲੱਗੇ, ਔਰ ਪਰਮੇਸ਼ਵਰ ਦੇ ਉਹ ਨਬੀ ਉਹਨਾਂ ਦੇ ਨਾਲ ਹੋ ਕੇ ਉਹਨਾਂ ਦੀ ਸਹਾਇਤਾ ਕਰਦੇ ਸਨ। ਉਸ ਵੇਲੇ ਦਰਿਆਓਂ ਪਾਰ ਦਾ ਹਾਕਮ ਤਤਨਈ ਤੇ ਸਥਰ ਬੋਜ਼ਨਈ ਤੇ ਉਹਨਾਂ ਦੇ ਸਾਥੀ ਉਹਨਾਂ ਦੇ ਕੋਲ ਆ ਕੇ ਆਖਣ ਲੱਗੇ ਕਿ ਕਿਹਦੀ ਆਗਿਆ ਨਾਲ ਤੁਸੀਂ ਇਸ ਭਵਨ ਨੂੰ ਬਣਾਉਂਦੇ ਤੇ ਇਸ ਕੰਧ ਨੂੰ ਨਿਬੇੜਦੇ ਹੋ। ਤਦ ਅਸੀਂ ਉਹਨਾਂ ਨੂੰ ਐਉਂ ਵੀ ਦੱਸ ਦਿੱਤਾ, ਭਾਈ, ਜਿਹੜੇ ਲੋਕ ਇਸ ਮਕਾਨ ਨੂੰ ਬਣਾ ਰਹੇ ਹਨ ਉਹਨਾਂ ਦੇ ਕੀ ਨਾਂ ਹਨ, ਪਰ ਪਰਮੇਸ਼ਵਰ ਦੀ ਨਿਗਾਹ ਯਹੂਦੀ ਬਜ਼ੁਰਗਾਂ ਉੱਤੇ ਸੀ ਅਤੇ ਉਹਨਾਂ ਨੇ ਉਹਨਾਂ ਨੂੰ ਨਾ ਰੋਕਿਆ ਜਦੋਂ ਤਾਈਂ ਇਹ ਗੱਲ ਦਾਰਾ ਤਾਈਂ ਨਾ ਅਪੜੀ ਤੇ ਫੇਰ ਉਹਦੇ ਵਿਖੇ ਚਿੱਠੀ ਦੇ ਰਾਹੀਂ ਉੱਤਰ ਨਾ ਆਇਆ। ਉਸ ਚਿੱਠੀ ਦੀ ਨਕਲ ਜੋ ਦਰਿਆਓਂ ਪਾਰ ਦੇ ਹਾਕਮ ਤਤਨਈ ਤੇ ਸਥਰ ਬੋਜ਼ਨਈ ਤੇ ਉਹਦੇ ਅਫਰਸਕਾਈ ਸਾਥੀਆਂ ਨੇ ਜੋ ਦਰਿਆਓਂ ਪਾਰ ਸਨ ਦਾਰਾ ਪਾਤਸ਼ਾਹ ਨੂੰ ਘੱਲੀ। ਉਸ ਘੱਲੀ ਹੋਈ ਚਿੱਠੀ ਦੇ ਵਿੱਚ ਐਉਂ ਲਿਖਿਆ ਗਿਆ ਸੀ, ਦਾਰਾ ਪਾਤਸ਼ਾਹ ਉੱਤੇ ਹਰ ਤਰ੍ਹਾਂ ਸਲਾਮਤੀ ਹੋਵੇ। ਪਾਤਸ਼ਾਹ ਨੂੰ ਮਾਲੂਮ ਹੋਵੇ, ਭਾਈ, ਅਸੀਂ ਯਹੂਦਾ ਦੇ ਸੂਬੇ ਵਿੱਚ ਮਹਾਪਰਮੇਸ਼ਵਰ ਦੇ ਭਵਨ ਨੂੰ ਗਏ। ਉਹ ਵੱਡੇ ਵੱਡੇ ਪੱਥਰਾਂ ਨਾਲ ਬਣ ਰਿਹਾ ਹੈ ਅਤੇ ਕੰਧਾਂ ਵਿੱਚ ਗੇਲੀਆਂ ਜੜੀਦੀਆਂ ਹਨ ਅਤੇ ਇਹ ਕੰਮ ਬੜੇ ਉਦਮ ਨਾਲ ਹੋ ਰਿਹਾ ਹੈ ਅਤੇ ਉਹਨਾਂ ਦੇ ਹੱਥੀਂ ਸਫਲਤਾ ਨਾਲ ਚੱਲ ਰਿਹਾ ਹੈ। ਤਦ ਅਸੀਂ ਉਹਨਾਂ ਬਜ਼ੁਰਗਾਂ ਨੂੰ ਪੁੱਛਿਆ ਤੇ ਉਹਨਾਂ ਨੂੰ ਐਉਂ ਆਖਿਆ, ਭਾਈ, ਤੁਸੀਂ ਕਿਸ ਦੀ ਆਗਿਆ ਨਾਲ ਇਸ ਭਵਨ ਨੂੰ ਬਣਾਉਂਦੇ ਤੇ ਇਸ ਕੰਧ ਨੂੰ ਪੂਰਾ ਕਰਦੇ ਹੋ? ਅਤੇ ਅਸੀਂ ਉਹਨਾਂ ਦੇ ਨਾਂ ਵੀ ਪੁੱਛੇ ਤਾਂ ਜੋ ਅਸੀਂ ਉਹਨਾਂ ਮਨੁੱਖਾਂ ਦੇ ਨਾਂ ਲਿਖ ਕੇ ਤੁਹਾਨੂੰ ਸਮਾਚਾਰ ਦਈਏ, ਭਾਈ, ਉਹਨਾਂ ਦੇ ਮੁਖੀਏ ਕੌਣ ਹਨ? ਉਹਨਾਂ ਨੇ ਸਾਨੂੰ ਐਉਂ ਉੱਤਰ ਦਿੱਤਾ, ਭਾਈ, ਅਸੀਂ ਧਰਤੀ ਤੇ ਆਕਾਸ਼ ਦੇ ਪਰਮੇਸ਼ਵਰ ਦੇ ਦਾਸ ਹਾਂ ਅਤੇ ਉਹ ਭਵਨ ਬਣਾਉਂਦੇ ਹਾਂ ਜਿਸ ਨੂੰ ਬਣਾਇਆ ਬਹੁਤ ਵਰ੍ਹੇ ਹੋਏ ਅਤੇ ਜਿਸ ਨੂੰ ਇਜ਼ਰਾਈਲ ਦੇ ਇੱਕ ਵੱਡੇ ਪਾਤਸ਼ਾਹ ਨੇ ਬਣਾਇਆ ਤੇ ਪੂਰਾ ਕੀਤਾ ਸੀ। ਪਰੰਤੂ ਜਦੋਂ ਸਾਡੇ ਪਿਓ ਦਾਦਿਆਂ ਨੇ ਆਕਾਸ਼ ਦੇ ਪਰਮੇਸ਼ਵਰ ਦੇ ਕ੍ਰੋਧ ਨੂੰ ਭੜਕਾਇਆ ਤਾਂ ਉਹਨੇ ਉਹਨਾਂ ਨੂੰ ਬਾਬਲ ਦੇ ਕਸਦੀ ਪਾਤਸ਼ਾਹ ਨਬੂਕਤ-ਨਸਰ ਦੇ ਹੱਥ ਵਿੱਚ ਦੇ ਦਿੱਤਾ, ਜਿਸ ਨੇ ਇਸ ਭਵਨ ਨੂੰ ਉਜਾੜ ਦਿੱਤਾ ਔਰ ਲੋਕਾਂ ਨੂੰ ਬਾਬਲ ਨੂੰ ਲੈ ਗਿਆ। ਪਰ ਬਾਬਲ ਦੇ ਪਾਤਸ਼ਾਹ ਕੋਰਸ਼ ਦੇ ਪਹਿਲੇ ਵਰ੍ਹੇ ਵਿੱਚ ਉਸੇ ਕੋਰਸ਼ ਪਾਤਸ਼ਾਹ ਆਗਿਆ ਦਿੱਤੀ, ਭਾਈ, ਪਰਮੇਸ਼ਵਰ ਦਾ ਇਹ ਭਵਨ ਬਣਾਇਆ ਜਾਵੇ ਅਤੇ ਪਰਮੇਸ਼ਵਰ ਦੇ ਭਵਨ ਦੇ ਸੋਨੇ ਤੇ ਚਾਂਦੀ ਦੇ ਭਾਂਡਿਆਂ ਨੂੰ ਵੀ, ਜਿਨ੍ਹਾਂ ਨੂੰ ਨਬੂਕਤ-ਨਸਰ ਯਰੂਸ਼ਲਮ ਦੀ ਹੈਕਲ ਵਿੱਚੋਂ ਕੱਢ ਕੇ ਬਾਬਲ ਦੇ ਮੰਦਰ ਵਿੱਚ ਲੈ ਆਇਆ ਸੀ। ਕੋਰਸ਼ ਪਾਤਸ਼ਾਹ ਨੇ ਬਾਬਲ ਦੇ ਮੰਦਰੋਂ ਕੱਢਿਆ ਔਰ ਉਹਨਾਂ ਨੂੰ ਸ਼ੇਸ਼ ਬਸਰ ਨਾਮੀ ਇੱਕ ਆਦਮੀ ਨੂੰ, ਜਿਸ ਨੂੰ ਉਸ ਨੇ ਹਾਕਮ ਬਣਾਇਆ ਸੀ,
ਸੌਂਪ ਦਿੱਤਾ ਅਤੇ ਉਸ ਨੇ ਆਖਿਆ, ਭਾਈ ਇਹਨਾਂ ਭਾਂਡਿਆਂ ਨੂੰ ਲੈ ਤੇ ਜਾ ਔਰ ਇਹਨਾਂ ਨੂੰ ਯਰੂਸ਼ਲਮ ਦੀ ਹੈਕਲ ਵਿੱਚ ਰੱਖ ਤੇ ਪਰਮੇਸ਼ਵਰ ਦਾ ਭਵਨ ਉਹਦੇ ਥਾਂ ਤੇ ਬਣਾਇਆ ਜਾਵੇ। ਤਦ ਉਸੇ ਸ਼ੇਸ਼ਬਸਰ ਨੇ ਆ ਕੇ ਪਰਮੇਸ਼ਵਰ ਦੇ ਭਵਨ ਦੀ ਜੋ ਯਰੂਸ਼ਲਮ ਵਿੱਚ ਹੈ ਨਿਉ ਧਰੀ ਤੇ ਉਸ ਵੇਲੇ ਤੋਂ ਹੁਣ ਤਾਈਂ ਉਹ ਬਣ ਰਿਹਾ ਹੈ, ਪਰ ਅਜੇ ਪੂਰਾ ਨਹੀਂ ਹੋਇਆ। ਇਸ ਲਈ ਹੁਣ ਜੇ ਮਹਾਰਾਜ ਉਚਿਤ ਜਾਣਨ ਤਾਂ ਮਹਾਰਾਜ ਦੇ ਰਾਜ ਭੰਡਾਰ ਵਿੱਚ ਜੋ ਬਾਬਲ ਵਿੱਚ ਹੈ ਪੜਤਾਲ ਕੀਤੀ ਜਾਵੇ। ਭਾਈ ਕੋਰਸ਼ ਪਾਤਸ਼ਾਹ ਨੇ ਪਰਮੇਸ਼ਵਰ ਦੇ ਇਸ ਭਵਨ ਨੂੰ ਯਰੂਸ਼ਲਮ ਵਿੱਚ ਬਣਾਉਣ ਦੀ ਆਗਿਆ ਦਿੱਤੀ ਸੀ ਜਾਂ ਨਹੀਂ, ਅਤੇ ਇਸ ਗੱਲ ਵਿੱਚ ਮਹਾਰਾਜ ਆਪਣੀ ਇੱਛਾ ਸਾਡੇ ਉੱਤੇ ਪ੍ਰਗਟ ਕਰਨ। ਅਜ਼ਰਾ ਬਾਪ 6 ਹੈਕਲ ਦੀ ਚੱਠ। ਤਦ ਦਾਰਾ ਪਾਤਸ਼ਾਹ ਦੀ ਆਗਿਆ ਨਾਲ ਬਾਬੁਲ ਦੇ ਕਿਤਾਬ ਘਰ ਦੀ, ਜਿਹਦੇ ਵਿੱਚ ਖਜ਼ਾਨੇ ਸਨ, ਪੜਤਾਲ ਕੀਤੀ ਗਈ ਅਤੇ ਅਹਿਮਥਾ ਵਿੱਚ ਉਸ ਮਹਿਲ ਵਿੱਚ ਜੋ ਮਾਦਈ ਦੇ ਸੂਬੇ ਵਿੱਚ ਹੈ ਇੱਕ ਪੱਤਰੀ ਮਿਲੀ, ਜਿਹਦੇ ਵਿੱਚ ਇਹ ਆਗਿਆ ਲਿਖੀ ਹੋਈ ਸੀ। ਕੋਰਸ਼ ਪਾਤਸ਼ਾਹ ਦੇ ਪਹਿਲੇ ਵਰੇ ਉਸੇ ਕੋਰਸ਼ ਪਾਤਸ਼ਾਹ ਨੇ ਪਰਮੇਸ਼ਵਰ ਦੇ ਭਵਨ ਦੇ ਵਿਖੇ ਜੋ ਯਰੂਸ਼ਲਮ ਵਿੱਚ ਹੈ ਆਗਿਆ ਦਿੱਤੀ, ਭਾਈ ਉਹ ਭਵਨ ਤੇ ਉਹ ਥਾਂ ਜਿੱਥੇ ਬਲੀਦਾਨ ਕੀਤੇ ਜਾਂਦੇ ਸਨ ਬਣਾਇਆ ਜਾਵੇ ਅਤੇ ਉਹਦੀਆਂ ਨੀਹਾਂ ਤਕੜਾਈ ਨਾਲ ਧਰੀਆਂ ਜਾਣ। ਉਹਦੀ ਉਚਾਈ 60 ਹੱਥ ਤੇ ਚੌੜਾਈ 60 ਹੱਥ ਹੋਵੇ। 3 ਰਦੇ ਭਾਰੇ ਪੱਥਰਾਂ ਦੇ ਔਰ 1 ਰਦਾ ਨਵੀਂ ਲੱਕੜੀ ਦਾ ਹੋਵੇ ਤੇ ਖਰਚ ਪਾਤਸ਼ਾਹੀ ਮਹਿਲ ਵਿੱਚੋਂ ਦਿੱਤਾ ਜਾਵੇ ਅਤੇ ਪਰਮੇਸ਼ਵਰ ਦੇ ਭਵਨ ਦੇ ਸੋਨੇ ਤੇ ਚਾਂਦੀ ਦੇ ਭਾਂਡੇ ਵੀ, ਜਿਨ੍ਹਾਂ ਨੂੰ ਨਬੂਕਤ ਨਸਰ ਉਸ ਹੈਕਲ ਤੋਂ ਜੋ ਯਰੂਸ਼ਲਮ ਵਿੱਚ ਹੈ ਕੱਢ ਕੇ ਬਾਬਲ ਨੂੰ ਲਿਆਇਆ, ਮੋੜ ਦਿੱਤੇ ਜਾਣ ਤੇ ਯਰੂਸ਼ਲਮ ਦੀ ਹੈਕਲ ਵਿੱਚ ਆਪਣੇ ਆਪਣੇ ਥਾਂ ਪਹੁੰਚਾਏ ਜਾਣ ਅਤੇ ਤੂੰ ਉਹਨਾਂ ਨੂੰ ਪਰਮੇਸ਼ਵਰ ਦੇ ਭਵਨ ਵਿੱਚ ਰੱਖ ਦੇਈਂ। ਇਸ ਲਈ हे ਦਰਿਆਓਂ ਪਾਰ ਦੇ ਹਾਕਮ ਤਤਨਈ ਔਰ ਸ਼ਥਰ ਬੋਜ਼ਨਈ ਔਰ ਤੁਹਾਡੇ ਅਫਰਸ ਕਈ ਸਾਥੀਓ ਜੋ ਦਰਿਆਓਂ ਪਾਰ ਹਨ, ਤੁਸੀਂ ਉੱਥੋਂ ਪਰੇ ਰਹੋ। ਪਰਮੇਸ਼ਵਰ ਦੇ ਭਵਨ ਦੇ ਇਸ ਕੰਮ ਵਿੱਚ ਹੱਥ ਨਾ ਅੜਾਓ। ਯਹੂਦੀਆਂ ਦੇ ਹਾਕਮ ਤੇ ਯਹੂਦੀਆਂ ਦੇ ਬਜ਼ੁਰਗਾਂ ਨੂੰ ਪਰਮੇਸ਼ਵਰ ਦਾ ਭਵਨ ਉਹਦੇ ਥਾਂ ਤੇ ਬਣਾਉਣ ਦਿਓ। ਨਾਲੇ ਪਰਮੇਸ਼ਵਰ ਦੇ ਇਸ ਭਵਨ ਦੇ ਬਣਾਉਣ ਵਿੱਚ ਜੋ ਤੁਸੀਂ ਯਹੂਦੀ ਬਜ਼ੁਰਗਾਂ ਨਾਲ ਕਰਨਾ ਹੈ, ਸੋ ਇਹ ਮੇਰੀ ਆਗਿਆ ਹੈ ਕਿ ਪਾਤਸ਼ਾਹੀ ਮਾਲ ਵਿੱਚੋਂ ਅਰਥਾਤ ਦਰਿਆਓਂ ਪਾਰ ਦੇ ਘਰ ਵਿੱਚੋਂ ਇਹਨਾਂ ਮਨੁੱਖਾਂ ਨੂੰ ਝੱਬਦੇ ਖਰਚ ਦਿੱਤਾ ਜਾਵੇ, ਤਾਂ ਜੋ ਉਹਨਾਂ ਨੂੰ ਅਟਕਾ ਨਾ ਪਵੇ। ਅਤੇ ਸੁਰਗੀ ਪਰਮੇਸ਼ਵਰ ਦੀਆਂ ਹੋਮ ਬਲੀਆਂ ਦੇ ਲਈ ਜਿਹੜੀ ਜਿਹੜੀ ਵਸਤੂ ਦੀ ਉਹਨਾਂ ਨੂੰ ਲੋੜ ਹੋਵੇ, ਵਹਿੜੇ, ਭੇਡੂ, ਲੇਲੇ ਔਰ ਜਿੰਨੀ ਕਣਕ ਤੇ ਲੂਣ ਤੇ ਮੈਅ, ਤੇਲ,
ਉਹ ਜਾਜਕ ਜੋ ਯਰੂਸ਼ਲਮ ਵਿੱਚ ਹਨ ਮੰਗਣ, ਉਹ ਨਿਤ ਦੇ ਨਿਤ ਉਹਨਾਂ ਨੂੰ ਜ਼ਰੂਰ ਦਿੱਤਾ ਜਾਵੇ, ਤਾਂ ਜੋ ਉਹ ਸਵਰਗ ਦੇ ਪਰਮੇਸ਼ਵਰ ਦੇ ਸਨਮੁਖ ਸੁਗੰਧਾਂ ਵਾਲੀਆਂ ਭੇਟਾਂ ਚੜਾਉਣ ਤੇ ਪਾਤਸ਼ਾਹ ਤੇ ਰਾਜਕੁਮਾਰਾਂ ਦਿਆਂ ਜਿਉਣਿਆਂ ਦੇ ਲਈ ਪ੍ਰਾਰਥਨਾ ਕਰਨ। ਮੈਂ ਇਹ ਆਗਿਆ ਵੀ ਦਿੱਤੀ ਹੈ। ਭਾਈ, ਜੋ ਕੋਈ ਇਸ ਆਗਿਆ ਨੂੰ ਬਦਲ ਦੇਵੇ, ਉਹਦੇ ਹੀ ਘਰ ਵਿੱਚੋਂ ਇੱਕ ਸ਼ਤੀਰੀ ਕੱਢੀ ਜਾਵੇ ਅਤੇ ਖੜੀ ਕੀਤੀ ਜਾਵੇ ਅਤੇ ਉਸ ਉੱਤੇ ਉਹ ਸੂਲੀ ਦਿੱਤਾ ਜਾਵੇ, ਅਤੇ ਇਸੇ ਕਾਰਨ ਉਹਦੇ ਘਰ ਨੂੰ ਰੂੜੀ ਦਾ ਢੇਰ ਬਣਾ ਦਿੱਤਾ ਜਾਵੇ। ਅਤੇ ਉਹ ਪਰਮੇਸ਼ਵਰ ਜਿਹਨੇ ਆਪਣਾ ਨਾਮ ਉੱਥੇ ਰੱਖਿਆ ਹੈ, ਸਭ ਰਾਜਿਆਂ ਤੇ ਰਈਅਤਾਂ ਨੂੰ ਢਾਵੇ, ਜਿਹੜੇ ਇਸ ਆਗਿਆ ਨੂੰ ਬਦਲਣ ਲਈ ਤੇ ਪਰਮੇਸ਼ਵਰ ਦੇ ਇਸ ਭਵਨ ਨੂੰ ਜੋ ਯਰੂਸ਼ਲਮ ਵਿੱਚ ਹੈ ਬਰਬਾਦ ਕਰਨ ਲਈ ਆਪਣਾ ਹੱਥ ਵਧਾਉਣ। ਮੈਂ ਦਾਰਾ ਨੇ ਆਗਿਆ ਦੇ ਦਿੱਤੀ, ਛੇਤੀ ਨਾਲ ਇਹਦੇ ਉੱਤੇ ਚੱਲਿਆ ਜਾਵੇ। ਤਦ ਦਰਿਆਓਂ ਪਾਰ ਦੇ ਹਾਕਮ ਤਤਨਈ ਤੇ ਸ਼ਬਰ ਬੋਜ਼ਨਈ ਤੇ ਉਹਨਾਂ ਦੇ ਸਾਥੀਆਂ ਨੇ ਦਾਰਾ ਪਾਤਸ਼ਾਹ ਦੀ ਘੱਲੀ ਹੋਈ ਆਗਿਆ ਅਨੁਸਾਰ ਝਪਦੇ ਕੀਤਾ। ਸੋ ਯਹੂਦੀਆਂ ਦੇ ਬਜ਼ੁਰਗ ਹਗਈ ਨਬੀ ਤੇ ਈਦੋ ਦੇ ਪੁੱਤਰ ਜ਼ਕਰਿਆ ਦੇ ਅਕੰਮ ਵਾਕ ਦੇ ਕਾਰਨ ਉਸਾਰੀ ਕਰਦੇ ਤੇ ਸਫਲ ਹੁੰਦੇ ਰਹੇ, ਅਤੇ ਉਹਨਾਂ ਨੇ ਇਜ਼ਰਾਈਲ ਦੇ ਪਰਮੇਸ਼ਵਰ ਦੀ ਆਗਿਆ ਦੇ ਅਨੁਸਾਰ ਤੇ ਕੋਰਸ਼ ਤੇ ਦਾਰਾ ਤੇ ਫਾਰਸ ਦੇ ਪਾਤਸ਼ਾਹ ਅਰਤਸ਼ਸ਼ਤਾ ਦੀ ਆਗਿਆ ਅਨੁਸਾਰ ਉਹਨੂੰ ਬਣਾ ਕੇ ਨਿਬੇੜ ਲਿਆ। ਅਤੇ ਇਹ ਭਵਨ ਆਦਾਰ ਮਹੀਨੇ ਦੇ ਤੀਜੇ ਦਿਨ ਦਾਰਾ ਪਾਤਸ਼ਾਹ ਦੇ ਰਾਜ ਦੇ 6ਵੇਂ ਵਰ੍ਹੇ ਪੂਰਾ ਹੋ ਗਿਆ। ਅਤੇ ਇਜ਼ਰਾਈਲੀਆਂ ਜਾਜਕਾਂ, ਲੇਵੀਆਂ ਤੇ ਅਸੀਰੀ ਦੀ ਵੰਸ਼ ਦੇ ਬਾਕੀ ਲੋਕਾਂ ਨੇ ਆਨੰਦ ਨਾਲ ਪਰਮੇਸ਼ਵਰ ਦੇ ਇਸ ਭਵਨ ਦੀ ਚੱਠ ਕੀਤੀ, ਅਤੇ ਉਹਨਾਂ ਨੇ ਪਰਮੇਸ਼ਵਰ ਦੇ ਇਸ ਭਵਨ ਦੀ ਚੱਠ ਦੇ ਵੇਲੇ 100 ਵਿਹੜੇ ਤੇ 200 ਛਤਰੇ ਤੇ 400 ਲੇਲੇ ਤੇ ਸਾਰੇ ਇਜ਼ਰਾਈਲ ਦੇ ਪਾਪ ਦੀ ਬਲੀ ਲਈ 12 ਬੱਕਰੇ ਇਜ਼ਰਾਈਲ ਦਿਆਂ ਗੋਤਾਂ ਅਨੁਸਾਰ ਚੜਾਏ। ਅਤੇ ਜਿਵੇਂ ਮੂਸਾ ਦੀ ਪੋਥੀ ਵਿੱਚ ਲਿਖਿਆ ਹੈ, ਉਹਨਾਂ ਨੇ ਜਾਜਕਾਂ ਨੂੰ ਉਹਨਾਂ ਦੀਆਂ ਵਾਰੀਆਂ ਉੱਤੇ ਅਤੇ ਲੇਵੀਆਂ ਨੂੰ ਉਹਨਾਂ ਦੀਆਂ ਵੰਡਾਂ ਅਨੁਸਾਰ ਯਰੂਸ਼ਲਮ ਵਿੱਚ ਪਰਮੇਸ਼ਵਰ ਦੀ ਉਪਾਸਨਾ ਲਈ ਥਾਪਿਆ। ਅਤੇ ਪਹਿਲੇ ਮਹੀਨੇ ਦੇ 14ਵੇਂ ਦਿਨ ਅਸੀਰੀ ਤੋਂ ਮੁੜਿਆ ਹੋਇਆਂ ਨੇ ਪਸਾ ਮਨਾਈ, ਕਿਉਂ ਜੋ ਜਾਜਕਾਂ ਤੇ ਲੇਵੀਆਂ ਨੇ ਇੱਕੋ ਮਿੱਕੇ ਹੋ ਕੇ ਆਪਣੇ ਆਪ ਨੂੰ ਪਵਿੱਤਰ ਕੀਤਾ। ਉਹ ਸਾਰੇ ਪਵਿੱਤਰ ਸਨ, ਸੋ ਉਹਨਾਂ ਨੇ ਅਸੀਰੀ ਤੋਂ ਸਭਨਾ ਮੁੜਿਆ ਹੋਇਆ ਔਰ ਆਪਣੇ ਭਰਾਵਾਂ ਜਾਜਕਾਂ ਦੇ ਲਈ ਤੇ ਆਪਣੇ ਲਈ ਪਸਾ ਨੂੰ ਕੱਟਿਆ। ਅਤੇ ਇਜ਼ਰਾਈਲੀਆਂ ਨੇ ਜੋ ਅਸੀਰੀ ਤੋਂ ਮੁੜੇ ਸਨ, ਅਤੇ ਉਹਨਾਂ ਸਭਨਾਂ ਨੇ ਜੋ ਯਹੋਵਾ ਇਜ਼ਰਾਈਲ ਦੇ ਪਰਮੇਸ਼ਵਰ ਦੀ ਭਾਲ ਕਰਨ ਦੇ ਲਈ ਉਸ ਧਰਤੀ ਦੀਆਂ ਪਰਾਈਆਂ ਜਾਤੀਆਂ ਦੀਆਂ ਪਲੀਤੀਆਂ ਤੋਂ ਅੱਡ ਹੋ ਗਏ ਸਨ, ਪਸਾ ਖਾਧਾ ਅਤੇ ਆਨੰਦ ਨਾਲ 7 ਦਿਨਾਂ ਤਾਈਂ ਪਤੀਰੀ ਰੋਟੀ ਦਾ ਪਰਬ ਮਨਾਇਆ, ਕਿਉਂ ਜੋ ਯਹੋਵਾ ਨੇ ਉਹਨਾਂ ਨੂੰ ਪ੍ਰਸੰਨ ਕੀਤਾ ਸੀ ਅਤੇ ਆਸੂਰ ਦੇ ਪਾਤਸ਼ਾਹ ਦਾ ਮਨ ਉਹਨਾਂ ਵੱਲ ਫੇਰਿਆ ਸੀ, ਤਾਂ ਜੋ ਉਹ ਪਰਮੇਸ਼ਵਰ ਇਜ਼ਰਾਈਲ ਦੇ ਪਰਮੇਸ਼ਵਰ ਦਾ ਭਵਨ
ਬਣਾਉਣ ਵਿੱਚ ਉਹਨਾਂ ਦੀ ਸਹਾਇਤਾ ਕਰੇ। ਅਜ਼ਰਾ ਬਾਪ 7। ਅਜ਼ਰਾ ਲਈ ਯਰੂਸ਼ਲਮ ਵਿੱਚ ਆਉਣ ਦੀ ਆਗਿਆ। ਇਹਨਾਂ ਗੱਲਾਂ ਦੇ ਪਿੱਛੋਂ ਫਾਰਸ ਦੇ ਪਾਤਸ਼ਾਹ ਅਰਤਹਸ਼ਸ਼ਤਾ ਦੇ ਰਾਜ ਵਿੱਚ ਅਜ਼ਰਾ ਸਰਾਯਾਹ ਦਾ ਪੁੱਤਰ, ਉਹ ਅਜ਼ਰਿਯਾਹ ਦਾ ਪੁੱਤਰ, ਉਹ ਹਿਲਕੀਯਾਹ ਦਾ ਪੁੱਤਰ, ਉਹ ਸ਼ਲੂਮ ਦਾ ਪੁੱਤਰ, ਉਹ ਸਾਦੋਕ ਦਾ ਪੁੱਤਰ, ਉਹ ਅਹੀਟੂਬ ਦਾ ਪੁੱਤਰ, ਉਹ ਅਮਰਿਯਾਹ ਦਾ ਪੁੱਤਰ, ਉਹ ਅਜ਼ਰਿਯਾਹ ਦਾ ਪੁੱਤਰ, ਉਹ ਮਰਾਯੋਥ ਦਾ ਪੁੱਤਰ, ਉਹ ਜ਼ਰਾਯਾਹ ਦਾ ਪੁੱਤਰ, ਉਹ ਉਜ਼ੀ ਦਾ ਪੁੱਤਰ, ਉਹ ਬੁਕੀ ਦਾ ਪੁੱਤਰ, ਉਹ ਅਬੀਸ਼ੂਆ ਦਾ ਪੁੱਤਰ, ਉਹ ਫੀਨਹਾਸ ਦਾ ਪੁੱਤਰ, ਉਹ ਅਲਆਜ਼ਰ ਦਾ ਪੁੱਤਰ, ਉਹ ਹਾਰੂਨ ਪ੍ਰਧਾਨ ਜਾਜਕ ਦਾ ਪੁੱਤਰ। ਇਹ ਅਜ਼ਰਾ ਬਾਬਲ ਤੋਂ ਗਿਆ ਅਤੇ ਉਹ ਮੂਸਾ ਦੀ ਵਿਵਸਥਾ ਵਿੱਚ ਜੋ ਯਹੋਵਾ ਇਜ਼ਰਾਈਲ ਦੇ ਪਰਮੇਸ਼ਵਰ ਨੇ ਦਿੱਤੀ ਸੀ, ਬੜਾ ਗੁਣੀ ਗ੍ਰੰਥੀ ਸੀ ਅਤੇ ਯਹੋਵਾ ਉਹਦੇ ਪਰਮੇਸ਼ਵਰ ਦਾ ਹੱਥ ਉਹਦੇ ਉੱਤੇ ਸੀ। ਇਸ ਲਈ ਪਾਤਸ਼ਾਹ ਨੇ ਉਹਦੀਆਂ ਸਾਰੀਆਂ ਮੰਗਾਂ ਉਹਨੂੰ ਦਿੱਤੀਆਂ ਅਤੇ ਇਜ਼ਰਾਈਲੀਆਂ ਤੇ ਜਾਜਕਾਂ ਤੇ ਲੇਵੀਆਂ ਤੇ ਗਵਈਆਂ ਤੇ ਦਰਬਾਨਾਂ ਤੇ ਨਥੀਨੀਮੀਆਂ ਵਿੱਚੋਂ ਕੁਝ ਲੋਕ ਅਰਤਹਸ਼ਸ਼ਤਾ ਪਾਤਸ਼ਾਹ ਦੇ 7ਵੇਂ ਵਰ੍ਹੇ ਯਰੂਸ਼ਲਮ ਵਿੱਚ ਆਏ ਅਤੇ ਉਹ ਪਾਤਸ਼ਾਹ ਦੇ 7ਵੇਂ ਵਰ੍ਹੇ ਦੇ 5ਵੇਂ ਮਹੀਨੇ ਯਰੂਸ਼ਲਮ ਵਿੱਚ ਅਪੜਿਆ, ਕਿਉਂ ਜੋ ਪਹਿਲੇ ਮਹੀਨੇ ਦੇ ਪਹਿਲੇ ਦਿਨ ਤਾਂ ਉਹ ਬਾਬਲ ਤੋਂ ਤੁਰਿਆ ਤੇ 5ਵੇਂ ਮਹੀਨੇ ਦੇ ਪਹਿਲੇ ਦਿਨ ਉਹ ਯਰੂਸ਼ਲਮ ਵਿੱਚ ਅਪੜ ਗਿਆ। ਉਹਦੇ ਪਰਮੇਸ਼ਵਰ ਦੀ ਭਲਾਈ ਦਾ ਹੱਥ ਉਹਦੇ ਉੱਤੇ ਸੀ, ਕਿਉਂ ਜੋ ਅਜ਼ਰਾ ਨੇ ਯਹੋਵਾ ਦੀ ਵਿਵਸਥਾ ਦੀ ਖੋਜ ਕਰਨ ਤੇ ਉਹਦੇ ਉੱਤੇ ਚੱਲਣ ਤੇ ਇਜ਼ਰਾਈਲ ਨੂੰ ਵਿਧੀਆਂ ਤੇ ਨਿਯਮਾਂ ਦੀ ਸਿੱਖਿਆ ਦੇਣ ਉੱਤੇ ਮਨ ਲਾਇਆ ਸੀ। ਜੋ ਚਿੱਠੀ ਅਰਤਸ਼ਸ਼ਤਾ ਪਾਤਸ਼ਾਹ ਨੇ ਅਜ਼ਰਾ ਜਾਜਕ ਤੇ ਗ੍ਰੰਥੀ ਨੂੰ ਦਿੱਤੀ, ਅਜ਼ਰਾ ਜੋ ਯਹੋਵਾ ਦੀਆਂ ਆਗਿਆਂ ਦੇ ਬਚਨਾਂ ਦਾ ਔਰ ਇਜ਼ਰਾਈਲ ਦੇ ਲਈ ਵਿਧੀਆਂ ਦਾ ਗ੍ਰੰਥੀ ਸੀ, ਉਹਦੀ ਨਕਲ ਇਹ ਹੈ। ਅਰਤਹਸ਼ਸ਼ਤਾ ਰਾਜਿਆਂ ਦੇ ਮਹਾਰਾਜਾ ਵੱਲੋਂ ਅਜ਼ਰਾ ਜਾਜਕ ਨੂੰ, ਜੋ ਸੁਰਗੀ ਪਰਮੇਸ਼ਵਰ ਦੀ ਵਿਵਸਥਾ ਦਾ ਪੂਰਾ ਗ੍ਰੰਥੀ ਹੈ, ਵਗੈਰਾ, ਮੈਂ ਇਹ ਆਗਿਆ ਦਿੰਦਾ ਹਾਂ, ਭਾਈ ਇਜ਼ਰਾਈਲ ਦੇ ਜੋ ਲੋਕ ਤੇ ਉਹਨਾਂ ਦੇ ਜਾਜਕ ਤੇ ਲੇਵੀ ਮੇਰੇ ਰਾਜ ਵਿੱਚ ਹਨ, ਉਹਨਾਂ ਵਿੱਚੋਂ ਜਿਨ੍ਹੇ ਆਪਣੀ ਇੱਛਾ ਨਾਲ ਯਰੂਸ਼ਲਮ ਨੂੰ ਜਾਣਾ ਚਾਹੁੰਦੇ ਹਨ, ਉਹ ਤੇਰੇ ਨਾਲ ਜਾਣ। ਤੂੰ ਪਾਤਸ਼ਾਹ ਤੇ ਉਹਦੇ 7 ਮੰਤਰੀਆਂ ਵੱਲੋਂ ਘੱਲਿਆ ਜਾਂਦਾ ਹੈ, ਤਾਂ ਜੋ ਆਪਣੇ ਪਰਮੇਸ਼ਵਰ ਦੀ ਵਿਵਸਥਾ ਅਨੁਸਾਰ ਜੋ ਤੇਰੇ ਹੱਥ ਵਿੱਚ ਹੈ, ਯਹੂਦਾ ਤੇ ਯਰੂਸ਼ਲਮ ਦੇ ਵਿਖੇ ਪੁੱਛ-ਗਿੱਛ ਕਰੇ ਅਤੇ ਜੋ ਚਾਂਦੀ ਤੇ ਸੋਨਾ ਪਾਤਸ਼ਾਹ ਔਰ ਉਹਦੇ ਮੰਤਰੀਆਂ ਨੇ ਇਜ਼ਰਾਈਲ ਦੇ ਪਰਮੇਸ਼ਵਰ ਨੂੰ, ਜਿਹਦਾ ਭਵਨ ਯਰੂਸ਼ਲਮ ਵਿੱਚ ਹੈ,
ਆਪਣੀ ਖੁਸ਼ੀ ਨਾਲ ਭੇਟ ਕੀਤਾ ਹੈ, ਲੈ ਜਾਵੇਂ। ਨਾਲੇ ਜਿੰਨਾ ਚਾਂਦੀ ਸੋਨਾ ਬਾਬਲ ਦੇ ਸਾਰੇ ਸੂਬੇ ਵਿੱਚੋਂ ਤੈਨੂੰ ਮਿਲੇਗਾ, ਔਰ ਜੋ ਖੁਸ਼ੀ ਦੀ ਭੇਟ ਲੋਕ ਤੇ ਜਾਜਕ ਆਪਣੇ ਪਰਮੇਸ਼ਵਰ ਦੇ ਭਵਨ ਜੋ ਯਰੂਸ਼ਲਮ ਵਿੱਚ ਹੈ ਮਨੋਂ ਲਾ ਕੇ ਦੇਣ, ਸੋ ਉਸ ਪੈਸੇ ਨਾਲ ਤੂੰ ਬੜਾ ਉਦਮ ਕਰਕੇ ਵਿਹੜੇ ਤੇ ਛਤਰੇ ਤੇ ਲੇਲੇ, ਉਹਨਾਂ ਦੀਆਂ ਮੈਦੇ ਦੀਆਂ ਭੇਟਾਂ ਤੇ ਪੀਣ ਦੀਆਂ ਭੇਟਾਂ ਸਣੇ ਮੁੱਲ ਲਈ, ਤੇ ਉਹਨਾਂ ਨੂੰ ਆਪਣੇ ਪਰਮੇਸ਼ਵਰ ਦੀ ਜਗਵੇਦੀ ਉੱਤੇ ਜੋ ਯਰੂਸ਼ਲਮ ਵਿੱਚ ਹੈ ਚੜਾਵੀਂ। ਅਤੇ ਬਚੇ ਖੁਚੇ ਚਾਂਦੀ ਸੋਨੇ ਨਾਲ ਜੋ ਕੁਝ ਤੈਨੂੰ ਤੇ ਤੇਰੇ ਭਰਾਵਾਂ ਨੂੰ ਚੰਗਾ ਲੱਗੇ, ਆਪਣੇ ਪਰਮੇਸ਼ਵਰ ਦੀ ਮਰਜ਼ੀ ਅਨੁਸਾਰ ਕਰਿਓ। ਅਤੇ ਜਿਹੜੇ ਭਾਂਡੇ ਤੈਨੂੰ ਤੇਰੇ ਪਰਮੇਸ਼ਵਰ ਦੇ ਭਵਨ ਦੀ ਉਪਾਸਨਾ ਦੇ ਲਈ ਸੌਂਪੇ ਜਾਂਦੇ ਹਨ, ਉਹਨਾਂ ਨੂੰ ਯਰੂਸ਼ਲਮ ਦੇ ਪਰਮੇਸ਼ਵਰ ਦੇ ਸਨਮੁਖ ਦੇ ਦੇਵੀਂ। ਅਤੇ ਜੋ ਕੁਝ ਹੋਰ ਤੇਰੇ ਪਰਮੇਸ਼ਵਰ ਦੇ ਭਵਨ ਦੇ ਲਈ ਲੋੜੀਂਦਾ ਹੋਵੇ, ਜੋ ਤੈਨੂੰ ਦੇਣਾ ਪਵੇ, ਤਾਂ ਉਹ ਸ਼ਾਹੀ ਖਜ਼ਾਨੇ ਵਿੱਚੋਂ ਦੇਵੀਂ। ਅਤੇ ਮੈਂ ਅਰਤਹਸ਼ਸਤਾ ਪਾਤਸ਼ਾਹ ਆਪੇ ਦਰਿਆਓਂ ਪਾਰ ਦਿਆਂ ਸਾਰਿਆਂ ਖਜ਼ਾਨਚੀਆਂ ਨੂੰ ਆਗਿਆ ਦਿੰਦਾ ਹਾਂ ਕਿ ਜੋ ਕੁਝ ਅਜ਼ਰਾ ਜਾਜਕ ਸੁਰਗੀ ਪਰਮੇਸ਼ਵਰ ਦੀ ਵਿਵਸਥਾ ਦਾ ਗ੍ਰੰਥੀ ਤੁਹਾਥੋਂ ਚਾਹੇ, ਉਹ ਝੱਟ ਕੀਤਾ ਜਾਵੇ। ਚਾਂਦੀ ਦੇ 150 ਮਣ ਤਾਈਂ ਅਤੇ ਕਣਕ ਦੇ 750 ਮਣ ਤਾਈਂ ਅਤੇ ਮੈਅ ਦੇ 75 ਮਣ ਤਾਈਂ ਅਤੇ ਤੇਲ ਦੇ 75 ਮਣ ਤਾਈਂ ਅਤੇ ਲੂਣ ਬੇਅੰਤ, ਜੋ ਕੁਝ ਸੁਰਗੀ ਪਰਮੇਸ਼ਵਰ ਨੇ ਆਗਿਆ ਦਿੱਤੀ ਹੈ, ਠੀਕ ਉਵੇਂ ਹੀ ਸੁਰਗੀ ਪਰਮੇਸ਼ਵਰ ਦੇ ਭਵਨ ਦੇ ਲਈ ਕੀਤਾ ਜਾਵੇ। ਕਿਉਂ ਜੋ ਪਾਤਸ਼ਾਹ ਤੇ ਰਾਜਕੁਮਾਰਾਂ ਦੇ ਰਾਜ ਦੇ ਵਿਰੁੱਧ ਕ੍ਰੋਧ ਕਿਉਂ ਹੋਵੇ। ਅਤੇ ਅਸੀਂ ਤੁਹਾਨੂੰ ਚਿਤਾਰਦੇ ਹਾਂ, ਭਾਈ ਜਾਜਕਾਂ ਤੇ ਲੇਵੀਆਂ ਤੇ ਗਵਈਆਂ ਤੇ ਦਰਬਾਨਾਂ ਤੇ ਨਥੀਨੀਮਾਂ ਤੇ ਪਰਮੇਸ਼ਵਰ ਦੇ ਇਸ ਭਵਨ ਦਿਆਂ ਟਹਿਲੂਆਂ ਵਿੱਚੋਂ ਕਿਸੇ ਉੱਤੇ ਕਰ, ਚੁੰਗੀ ਜਾਂ ਮਾਮਲਾ ਲਾਉਣਾ ਉਚਿਤ ਨਾ ਹੋਊਗਾ। ਅਤੇ ਹੇ ਅਜ਼ਰਾ, ਤੂੰ ਆਪਣੇ ਪਰਮੇਸ਼ਵਰ ਦੇ ਉਸ ਗਿਆਨ ਦੇ ਅਨੁਸਾਰ ਜੋ ਤੇਰੇ ਵਿੱਚ ਹੈ ਹਾਕਮਾਂ ਤੇ ਨਿਆਂਇਆਂ ਨੂੰ ਥਾਪੀ, ਤਾਂ ਜੋ ਦਰਿਆਓਂ ਪਾਰ ਦੇ ਸਭਨਾ ਲੋਕਾਂ ਦਾ ਨਿਆਂ ਕਰਨ, ਜਿਹੜੇ ਤੇਰੇ ਪਰਮੇਸ਼ਵਰ ਦੀ ਵਿਵਸਥਾ ਨੂੰ ਜਾਣਦੇ ਹਨ। ਅਤੇ ਜਿਹੜੇ ਨਾ ਜਾਣਦੇ ਹੋਣ, ਉਹਨਾਂ ਨੂੰ ਤੁਸੀਂ ਸਿਖਾਓ। ਅਤੇ ਜੋ ਕੋਈ ਤੇਰੇ ਪਰਮੇਸ਼ਵਰ ਦੀ ਵਿਵਸਥਾ ਤੇ ਪਾਤਸ਼ਾਹ ਦੇ ਕਾਨੂੰਨ ਨਾ ਮੰਨੇ, ਉਹਨੂੰ ਝੱਟ-ਪੱਟ ਦੰਡ ਲਾਇਆ ਜਾਵੇ, ਚਾਹੇ ਮੌਤ ਜਾਂ ਦੇਸ ਨਿਕਾਲਾ ਜਾਂ ਮਾਲ ਦੀ ਜ਼ਬਤੀ ਜਾਂ ਕੈਦ ਦਾ। ਯਹੋਵਾ ਸਾਡੇ ਪਿਓ ਦਾਦਿਆਂ ਦਾ ਪਰਮੇਸ਼ਵਰ ਮੁਬਾਰਕ ਹੋਵੇ, ਜਿਹਨੇ ਇਹੋ ਜਿਹੀ ਗੱਲ ਪਾਤਸ਼ਾਹ ਦੇ ਮਨ ਵਿੱਚ ਪਾਈ। ਭਾਈ ਉਹ ਯਹੋਵਾ ਦੇ ਭਵਨ ਨੂੰ ਜੋ ਯਰੂਸ਼ਲਮ ਵਿੱਚ ਹੈ ਸਵਾਰੇ, ਅਤੇ ਪਾਤਸ਼ਾਹ ਤੇ ਉਹਦੇ ਮੰਤਰੀਆਂ ਦੇ ਸਨਮੁਖ ਅਤੇ ਪਾਤਸ਼ਾਹ ਦੇ ਸਾਰੇ ਬਲਵੰਤ ਸਰਦਾਰਾਂ ਦੇ ਅੱਗੇ ਮੇਰੇ ਉੱਤੇ ਦਇਆ ਦ੍ਰਿਸ਼ਟੀ ਕੀਤੀ ਹੈ। ਸੋ ਮੈਂ ਯਹੋਵਾ ਆਪਣੇ ਪਰਮੇਸ਼ਵਰ ਦੇ ਹੱਥੋਂ ਜੋ ਮੇਰੇ ਉੱਤੇ ਸੀ ਬਲ ਪਾਇਆ, ਅਤੇ ਮੈਂ ਇਜ਼ਰਾਈਲ ਵਿੱਚੋਂ ਮੁਖੀਆਂ ਨੂੰ ਇਕੱਠਾ ਕੀਤਾ,
ਭਾਈ ਉਹ ਮੇਰੇ ਨਾਲ ਉਤਾਹਾਂ ਚੱਲਣ। ਅਜ਼ਰਾ ਬਾਪ 8। ਅਜ਼ਰਾ ਦਾ ਸਾਥੀਆਂ ਨਾਲ ਯਰੂਸ਼ਲਮ ਵਿੱਚ ਅਪੜਨਾ। ਅਰਤਸ਼ਸ਼ਤਾ ਪਾਤਸ਼ਾਹ ਦੇ ਰਾਜ ਵਿੱਚ ਜੋ ਲੋਕ ਮੇਰੇ ਨਾਲ ਬਾਬਲ ਤੋਂ ਨਿਕਲੇ, ਉਹਨਾਂ ਦੇ ਪਿਓ ਦਾਦਿਆਂ ਦੇ ਘਰਾਨਿਆਂ ਦੇ ਮੁਖੀਏ ਇਹ ਹਨ ਅਤੇ ਉਹਨਾਂ ਦੀ ਕੁਲਪਤਰੀ ਇਹ ਹੈ। ਫੀਨਹਾਸ ਦੇ ਪੁੱਤਰਾਂ ਵਿੱਚੋਂ ਗੇਰਸ਼ੋਮ ਔਰ ਈਥਾਮਾਰ ਦੇ ਪੁੱਤਰਾਂ ਵਿੱਚੋਂ ਦਾਨੀਏਲ ਔਰ ਦਾਊਦ ਦੇ ਪੁੱਤਰਾਂ ਵਿੱਚੋਂ ਹਟੂਸ਼, ਸ਼ਕਨਿਯਾਹ ਦੇ ਪੁੱਤਰਾਂ ਵਿੱਚੋਂ ਫਰੋਸ਼ ਦੇ ਪੁੱਤਰਾਂ ਵਿੱਚੋਂ ਜ਼ਕਰਿਯਾਹ ਔਰ ਉਹਦੇ ਨਾਲ ਦੇ 150 ਨਰ ਕੁਲਪਤਰੀ ਅਨੁਸਾਰ ਗਿਣੇ ਗਏ। ਪਹਿਤ ਮੋਆਬ ਦੇ ਪੁੱਤਰਾਂ ਵਿੱਚੋਂ ਜ਼ਕਰਿਯਾਹ ਦਾ ਪੁੱਤਰ ਅਲ-ਯੋਹੇਨਾਈ ਔਰ ਉਹਦੇ ਨਾਲ 200 ਨਰ। ਸ਼ਕਨਿਯਾਹ ਦੇ ਪੁੱਤਰਾਂ ਵਿੱਚੋਂ ਯਹਜ਼ੀਏਲ ਦਾ ਪੁੱਤਰ ਔਰ ਉਹਦੇ ਨਾਲ 300 ਨਰ। ਆਦੀਨ ਦੇ ਪੁੱਤਰਾਂ ਵਿੱਚੋਂ ਯੋਨਾਥਾਨ ਦਾ ਪੁੱਤਰ ਅਬਦ ਔਰ ਉਹਦੇ ਨਾਲ 50 ਨਰ। ਏਲਾਮ ਦੇ ਪੁੱਤਰਾਂ ਵਿੱਚੋਂ ਅਥਲਿਆਹ ਦਾ ਪੁੱਤਰ ਯਸ਼ਾਯਾਹ ਔਰ ਉਹਦੇ ਨਾਲ 70 ਨਰ। ਸਫਟਿਯਾਹ ਦੇ ਪੁੱਤਰਾਂ ਵਿੱਚੋਂ ਮੀਕਾਏਲ ਦਾ ਪੁੱਤਰ ਜ਼ਬਦਯਾਹ ਔਰ ਉਹਦੇ ਨਾਲ 80 ਨਰ। ਯੋਆਬ ਦੇ ਪੁੱਤਰਾਂ ਵਿੱਚੋਂ ਯਹੀਏਲ ਦਾ ਪੁੱਤਰ ਉਬਦਯਾਹ ਔਰ ਉਹਦੇ ਨਾਲ 218 ਨਰ। ਸ਼ਲੋਮੀਤ ਦੇ ਪੁੱਤਰਾਂ ਵਿੱਚੋਂ ਯਸੀਫਾ ਦਾ ਪੁੱਤਰ ਔਰ ਉਹਦੇ ਨਾਲ 160 ਨਰ। ਬੇਬਾਈ ਦੇ ਪੁੱਤਰਾਂ ਵਿੱਚੋਂ ਬੇਬਾਈ ਦਾ ਪੁੱਤਰ ਜ਼ਕਰਿਯਾਹ ਔਰ ਉਹਦੇ ਨਾਲ 28 ਨਰ। ਅਜ਼ਗਾਦ ਦੇ ਪੁੱਤਰਾਂ ਵਿੱਚੋਂ ਹਕਾਟਾਨ ਦਾ ਪੁੱਤਰ ਯੋਹਾਨਾਨ ਔਰ ਉਹਦੇ ਨਾਲ 110 ਨਰ। ਅਦੋਨਿਕਾਮ ਦੇ ਛੇਕੜ ਤਲੇ ਪੁੱਤਰਾਂ ਵਿੱਚੋਂ ਜਿਨ੍ਹਾਂ ਦੇ ਨਾਂ ਇਹ ਹਨ ਅਲੀਫਲਟ ਤੇ ਯਈਏਲ ਤੇ ਸ਼ਮਾਯਾਹ ਔਰ ਉਹਨਾਂ ਦੇ ਨਾਲ 60 ਨਰ। ਬਿਗਵਈ ਦੇ ਪੁੱਤਰਾਂ ਵਿੱਚੋਂ ਉਥਈ ਤੇ ਜਬੂਦ ਔਰ ਉਹਨਾਂ ਦੇ ਨਾਲ 70 ਨਰ। ਮੈਂ ਉਹਨਾਂ ਨੂੰ ਉਸ ਨਦੀ ਦੇ ਕੋਲ ਜੋ ਅਹਵਾ ਦੀ ਵੱਲ ਵਗਦੀ ਹੈ ਇਕੱਠਾ ਕੀਤਾ ਅਤੇ ਉੱਥੇ ਅਸੀਂ 3 ਦਿਨ ਡੇਰੇ ਲਾ ਕੇ ਰਹੇ ਅਤੇ ਮੈਂ ਲੋਕਾਂ ਤੇ ਜਾਜਕਾਂ ਵਿੱਚ ਵੇਖਿਆ, ਪਰ ਲੇਵੀਆਂ ਵਿੱਚੋਂ ਮੈਨੂੰ ਉੱਥੇ ਕੋਈ ਨਾ ਲੱਭਾ। ਤਦ ਮੈਂ ਅਲੀਆਜ਼ਰ, ਅਰੀਏਲ, ਸ਼ਮਾਯਾਹ, ਅਲਨਥਾਨ, ਯਾਰੀਬ, ਅਲਨਥਾਨ, ਨਾਥਾਨ, ਜ਼ਕਰਿਯਾਹ, ਮਸੂਲਾਮ ਮੁਖੀਆਂ ਨੂੰ ਅਤੇ ਯੋਯਾਰੀਬ ਤੇ ਅਲਨਾਥਨ ਸਿਆਣਿਆਂ ਨੂੰ ਸੱਦ ਘੱਲਿਆ ਅਤੇ ਮੈਂ ਉਹਨਾਂ ਨੂੰ ਈਦੋ ਮੁਖੀਏ ਕੋਲ ਕਸੀਫਾਯਾਹ ਨਾਮੀ ਇੱਕ ਥਾਂ ਨੂੰ ਘੱਲਿਆ ਅਤੇ ਜੋ ਕੁਝ ਉਹਨਾਂ ਨੇ ਈਦੋ ਤੇ ਉਹਦੇ ਭਰਾਵਾਂ ਨਥੀਨੀ ਮੀਆਂ ਨੂੰ
ਕਸੀਫਿਆ ਨਾਮੇ ਥਾਂ ਵਿੱਚ ਆਖਣਾ ਸੀ, ਦੱਸ ਦਿੱਤਾ, ਭਾਈ ਉਹ ਸਾਡੇ ਪਰਮੇਸ਼ਵਰ ਦੇ ਭਵਨ ਦੇ ਲਈ ਸੇਵਾਦਾਰਾਂ ਨੂੰ ਸਾਡੇ ਕੋਲ ਲੈ ਆਉਣ ਅਤੇ ਸਾਡੇ ਪਰਮੇਸ਼ਵਰ ਦੀ ਭਲਾਈ ਦਾ ਹੱਥ ਸਾਡੇ ਉੱਤੇ ਸੀ। ਇਸ ਲਈ ਉਹ ਇੱਕ ਬੁੱਧਵਾਨ ਮਨੁੱਖ ਨੂੰ ਮਹਿਲੀ ਦੇ ਪੁੱਤਰਾਂ ਵਿੱਚੋਂ, ਜੋ ਲੇਵੀ ਦਾ ਪੁੱਤਰ, ਜੋ ਇਜ਼ਰਾਈਲ ਦਾ ਪੁੱਤਰ ਸੀ, ਲੈ ਆਏ। ਨਾਲੇ ਸ਼ੇਰੇਬਿਆਹ ਨੂੰ ਉਹਦੇ ਪੁੱਤਰਾਂ ਤੇ ਭਰਾਵਾਂ ਸਣੇ 18 ਜਣਿਆਂ ਨੂੰ, ਅਤੇ ਹਸ਼ਬਿਯਾਹ ਤੇ ਉਹਦੇ ਨਾਲ ਮਰਾਰੀਆਂ ਵਿੱਚੋਂ ਯਸਾਯਾਹ ਨੂੰ, ਉਹਦੇ ਭਰਾਵਾਂ ਤੇ ਉਹਨਾਂ ਦੇ ਪੁੱਤਰਾਂ ਸਣੇ 20 ਜਣਿਆਂ ਨੂੰ, ਅਤੇ ਨਥੀਨੀਮੀਆਂ ਵਿੱਚੋਂ, ਜਿਨ੍ਹਾਂ ਨੂੰ ਦਾਊਦ ਤੇ ਸਰਦਾਰਾਂ ਨੇ ਲੇਵੀਆਂ ਦੀ ਸੇਵਾ ਦੇ ਲਈ ਥਾਪਿਆ ਸੀ, 220 ਨਥੀਨੀਮੀਆਂ ਨੂੰ ਵੀ। ਉਹਨਾਂ ਸਭਨਾਂ ਦੇ ਨਾਮ ਦੱਸੇ ਗਏ ਸਨ। ਤਦ ਮੈਂ ਉੱਥੇ ਅਹਵਾ ਨਦੀ ਤੇ ਵਰਤ ਦਾ ਹੋਕਾ ਦਵਾਇਆ, ਤਾਂ ਜੋ ਅਸੀਂ ਆਪਣੇ ਪਰਮੇਸ਼ਵਰ ਦੇ ਸਨਮੁਖ ਅਧੀਨ ਹੋ ਕੇ ਆਪਣੇ ਲਈ ਤੇ ਆਪਣੇ ਨਿਆਣਿਆਂ ਲਈ ਤੇ ਆਪਣੇ ਸਾਰੇ ਮਾਲ ਦੇ ਲਈ ਉਸ ਤੋਂ ਸਿੱਧੀ ਰਾਹ ਮੰਗੀਏ, ਕਿਉਂ ਜੋ ਮੈਂ ਲਾਜ ਦੇ ਮਾਰੇ ਪਾਤਸ਼ਾਹ ਤੋਂ ਸਿਪਾਹੀਆਂ ਦੇ ਜਥੇ ਤੇ ਸਵਾਰ ਨਾ ਮੰਗੇ। ਭਾਈ ਰਾਹ ਵਿੱਚ ਵੈਰੀਆਂ ਦੇ ਵਿਰੁੱਧ ਸਾਡੀ ਸਹਾਇਤਾ ਕਰਨ, ਇਸ ਲਈ ਕਿ ਅਸੀਂ ਪਾਤਸ਼ਾਹ ਨੂੰ ਆਖਿਆ ਸੀ, ਭਾਈ ਸਾਡੇ ਪਰਮੇਸ਼ਵਰ ਦਾ ਹੱਥ ਭਲਾਈ ਦੇ ਲਈ ਉਹਨਾਂ ਸਾਰਿਆਂ ਦੇ ਨਾਲ ਹੈ ਜੋ ਉਹਦੇ ਤਲਬ ਹਨ, ਪਰ ਉਹਦਾ ਬਲ ਤੇ ਕ੍ਰੋਧ ਉਹਨਾਂ ਸਾਰਿਆਂ ਦੇ ਵਿਰੁੱਧ ਹੈ ਜੋ ਉਹਨੂੰ ਤਿਆਗ ਦਿੰਦੇ ਹਨ। ਸੋ ਅਸੀਂ ਵਰਤ ਰੱਖ ਕੇ ਇਸ ਗੱਲ ਦੇ ਲਈ ਪਰਮੇਸ਼ਵਰ ਦੇ ਤਰਲੇ ਕੀਤੇ ਅਤੇ ਉਹਨੇ ਸਾਡੀ ਸੁਣੀ। ਤਦ ਮੈਂ ਸਰਦਾਰ ਜਾਜਕਾਂ ਵਿੱਚੋਂ 12 ਨੂੰ, ਅਰਥਾਤ ਸ਼ੇਰੇਬਿਆਹ, ਹਸ਼ਬਿਯਾਹ ਤੇ ਉਹਨਾਂ ਦੇ ਨਾਲ ਉਹਨਾਂ ਦੇ ਭਰਾਵਾਂ ਵਿੱਚੋਂ 10 ਨੂੰ ਅੱਡ ਕੀਤਾ ਅਤੇ ਉਹਨਾਂ ਨੂੰ ਉਹ ਚਾਂਦੀ, ਸੋਨਾ ਤੇ ਭਾਂਡੇ, ਅਰਥਾਤ ਉਹ ਭੇਟ ਜੋ ਸਾਡੇ ਪਰਮੇਸ਼ਵਰ ਦੇ ਭਵਨ ਦੇ ਲਈ ਪਾਤਸ਼ਾਹ ਤੇ ਉਹਦੇ ਮੰਤਰੀਆਂ ਤੇ ਉਹਦੇ ਸਰਦਾਰਾਂ ਤੇ ਸਾਰੇ ਇਜ਼ਰਾਈਲ ਨੇ ਜੋ ਉੱਥੇ ਹਾਜ਼ਰ ਸਨ, ਅਰਪਣ ਕੀਤੀ ਸੀ, ਮੈਂ ਤੋਲ ਦਿੱਤੀ ਅਤੇ ਮੈਂ ਉਹਨਾਂ ਦੇ ਹੱਥ ਵਿੱਚ 975 ਮਣ ਚਾਂਦੀ ਔਰ 150 ਮਣ ਚਾਂਦੀ ਦੇ ਭਾਂਡੇ ਔਰ 150 ਮਣ ਸੋਨਾ ਤੋਲ ਦਿੱਤਾ। ਨਾਲੇ ਸੋਨੇ ਦੇ 20 ਕਟੋਰ ਦਾਨ ਜੋ 1000 ਦਾਰਕਾਂ ਦੇ ਸਨ ਅਤੇ ਚੋਖੇ ਚਮਕਦੇ ਪਿੱਤਲ ਦੇ 2 ਭਾਂਡੇ ਸੋਨੇ ਵਾਂਗ ਮਹਿੰਗ ਮੁੱਲੇ। ਅਤੇ ਮੈਂ ਉਹਨਾਂ ਨੂੰ ਆਖਿਆ, ਭਾਈ ਤੁਸੀਂ ਯਹੋਵਾ ਲਈ ਪਵਿੱਤਰ ਹੋਵੋ ਤੇ ਇਹ ਭਾਂਡੇ ਵੀ ਪਵਿੱਤਰ ਹਨ ਅਤੇ ਇਹ ਚਾਂਦੀ ਤੇ ਸੋਨਾ ਯਹੋਵਾ ਤੁਹਾਡੇ ਪਿਓ-ਦਾਦਿਆਂ ਦੇ ਪਰਮੇਸ਼ਵਰ ਦੇ ਲਈ ਖੁਸ਼ੀ ਦਾ ਚੜ੍ਹਾਵਾ ਹੈ। ਚੌਕਸ ਰਹੋ, ਜਦ ਤਾਈਂ ਯਰੂਸ਼ਲਮ ਵਿੱਚ ਜਾਜਕਾਂ ਤੇ ਲੇਵੀਆਂ ਦੇ ਸਰਦਾਰਾਂ ਔਰ ਇਜ਼ਰਾਈਲ ਦੇ ਪਿਤਰਾਂ ਦੇ ਘਰਾਨਿਆਂ ਦੇ ਮੁਖੀਆਂ ਦੇ ਸਾਹਮਣੇ ਯਹੋਵਾ ਦੇ ਭਵਨ ਦੀਆਂ ਕੋਠੜੀਆਂ ਵਿੱਚ ਉਹਨਾਂ ਨੂੰ
ਤੋਲ ਨਾ ਦਿਓ, ਉਹਨਾਂ ਦੀ ਰਾਖੀ ਕਰਿਓ। ਸੋ ਜਾਜਕਾਂ ਤੇ ਲੇਵੀਆਂ ਨੇ ਸੋਨੇ ਤੇ ਚਾਂਦੀ ਤੇ ਭਾਂਡਿਆਂ ਨੂੰ ਤੋਲ ਕੇ ਲੈ ਲਿਆ। ਭਾਈ ਉਹਨਾਂ ਨੂੰ ਯਰੂਸ਼ਲਮ ਵਿੱਚ ਸਾਡੇ ਪਰਮੇਸ਼ਵਰ ਦੇ ਭਵਨ ਵਿੱਚ ਪਹੁੰਚਾਉਣ। ਫੇਰ ਅਸੀਂ ਪਹਿਲੇ ਮਹੀਨੇ ਦੇ 12ਵੇਂ ਦਿਨ ਯਰੂਸ਼ਲਮ ਨੂੰ ਜਾਣ ਲਈ ਅਹਵਾ ਦੀ ਨਦੀਓਂ ਕੂਚ ਕੀਤਾ ਅਤੇ ਸਾਡੇ ਪਰਮੇਸ਼ਵਰ ਦਾ ਹੱਥ ਸਾਡੇ ਉੱਤੇ ਸੀ ਅਤੇ ਉਸ ਸਾਨੂੰ ਵੈਰੀਆਂ ਅਤੇ ਰਾਹ ਵਿੱਚ ਘਾਤ ਲਾਉਣ ਵਾਲਿਆਂ ਦੇ ਹੱਥੋਂ ਬਚਾਇਆ ਅਤੇ ਅਸੀਂ ਯਰੂਸ਼ਲਮ ਵਿੱਚ ਅੱਪੜ ਕੇ 3 ਦਿਨ ਤਾਈਂ ਉੱਥੇ ਟਿਕੇ ਰਹੇ ਅਤੇ ਚੌਥੇ ਦਿਨ ਉਹ ਚਾਂਦੀ ਤੇ ਸੋਨਾ ਤੇ ਭਾਂਡੇ ਸਾਡੇ ਪਰਮੇਸ਼ਵਰ ਦੇ ਭਵਨ ਵਿੱਚ ਤੋਲ ਕੇ ਉਰੀਯਾਹ ਦੇ ਪੁੱਤਰ ਮਰੇਮੋਥ ਦੇ ਹੱਥ ਵਿੱਚ ਦਿੱਤੇ ਗਏ ਤੇ ਉਹਦੇ ਨਾਲ ਫੀਨਹਾਸ ਦਾ ਪੁੱਤਰ ਅਲਆਜ਼ਰ ਸੀ ਔਰ ਉਹਨਾਂ ਦੇ ਨਾਲ ਇਹ ਲੇਵੀ ਸਨ, ਯੋਸ਼ੂਆ ਦਾ ਪੁੱਤਰ ਯੋਜ਼ਾਬਾਦ ਔਰ ਬਿਨੂਈ ਦਾ ਪੁੱਤਰ ਨੋਆਦਿਯਾਹ। ਸਭੋ ਵਸਤੂਆਂ ਨੂੰ ਗਿਣ ਕੇ ਤੇ ਤੋਲ ਕੇ ਪੂਰਾ ਤੋਲ ਉਸੇ ਵੇਲੇ ਲਿਖ ਲਿਆ ਗਿਆ। ਅਸੀਰੀ ਤੋਂ ਮੁੜਿਆ ਹੋਇਆਂ ਲੋਕਾਂ ਨੇ ਇਜ਼ਰਾਈਲ ਦੇ ਪਰਮੇਸ਼ਵਰ ਦੇ ਲਈ ਹੋਮ ਬਲੀਆਂ ਚੜਾਈਆਂ। ਸਾਰੇ ਇਜ਼ਰਾਈਲ ਦੇ ਲਈ 12 ਵਹਿੜੇ ਤੇ 96 ਛਤਰੇ ਤੇ 77 ਲੇਲੇ ਅਤੇ ਪਾਪ ਬਲੀ ਦੇ ਲਈ 12 ਬੱਕਰੇ। ਇਹ ਸਭ ਪਰਮੇਸ਼ਵਰ ਦੇ ਲਈ ਹੋਮ ਬਲੀ ਸੀ। ਤਦ ਉਹਨਾਂ ਨੇ ਪਾਤਸ਼ਾਹ ਦੀਆਂ ਆਗਿਆਂ ਨੂੰ ਪਾਤਸ਼ਾਹ ਦੇ ਦਰਿਆਓਂ ਪਾਰ ਦੇ ਲਾਟਾਂ ਤੇ ਹਾਕਮਾਂ ਨੂੰ ਦੇ ਦਿੱਤਾ ਅਤੇ ਉਹਨਾਂ ਨੇ ਲੋਕਾਂ ਨੂੰ ਤੇ ਪਰਮੇਸ਼ਵਰ ਦੇ ਭਵਨ ਨੂੰ ਸਹਾਰਾ ਦਿੱਤਾ। ਅਜ਼ਰਾ ਬਾਪ 9। ਮਾਫੀ ਲਈ ਬੇਨਤੀ। ਜਦ ਇਹ ਸਭ ਕੁਝ ਹੋ ਚੁੱਕਿਆ ਤਾਂ ਸਰਦਾਰਾਂ ਨੇ ਮੇਰੇ ਕੋਲ ਆਣ ਕੇ ਆਖਿਆ ਕਿ ਇਜ਼ਰਾਈਲ ਦੀ ਪਰਜਾ, ਜਾਜਕ ਤੇ ਲੇਵੀ ਦੇਸਾਂ ਦੀਆਂ ਉਮਤਾਂ ਤੋਂ ਅੱਡ ਨਹੀਂ ਰਹੇ ਹਨ, ਪਰ ਕਨਾਨੀਆਂ, ਹਿੱਤੀਆਂ, ਫਰੀਜ਼ੀਆਂ, ਯੂਬੀਸੀਆਂ, ਅਮੋਨੀਆਂ, ਮੋਆਬੀਆਂ, ਮਿਸਰੀਆਂ ਤੇ ਅਮੋਰੀਆਂ ਦੇ ਘਿਨੌਨੇ ਕੰਮਾਂ ਦੇ ਅਨੁਸਾਰ ਕਰਦੇ ਹਨ, ਕਿਉਂ ਜੋ ਉਹਨਾਂ ਨੇ ਉਹਨਾਂ ਦੀਆਂ ਧੀਆਂ ਵਿੱਚੋਂ ਆਪਣੇ ਲਈ ਤੇ ਆਪਣੇ ਪੁੱਤਰਾਂ ਲਈ ਵਿਆਹ ਲਈਆਂ ਹਨ ਅਤੇ ਪਵਿੱਤਰ ਅੰਸ਼ ਦੇਸਾਂ ਦੀਆਂ ਉਮਤਾਂ ਵਿੱਚ ਰਲ ਮਿਲ ਗਈ ਹੈ ਅਤੇ ਇਸ ਬੇਈਮਾਨੀ ਵਿੱਚ ਸਰਦਾਰਾਂ ਤੇ ਹਾਕਮਾਂ ਦਾ ਹੱਥ ਅੱਗੇ ਹੈ। ਜਦ ਮੈਂ ਇਹ ਗੱਲ ਸੁਣੀ ਤਾਂ ਆਪਣੇ ਬਸਤਰ ਅਤੇ ਆਪਣੀ ਚਾਦਰ ਪਾੜ ਛੱਡੀ ਅਤੇ ਸਿਰ ਤੇ ਦਾੜੀ ਦੇ ਵਾਲ ਪੁੱਟ ਸੁੱਟੇ ਔਰ ਨਿੰਮੂ ਝਾਣਾ ਹੋ ਕੇ ਬੈਠ ਗਿਆ। ਤਦ ਉਹ ਸਾਰੇ ਜਿਹੜੇ ਇਜ਼ਰਾਈਲ ਦੇ ਪਰਮੇਸ਼ਵਰ ਦੀਆਂ ਗੱਲਾਂ ਤੋਂ ਕੰਬਦੇ ਸਨ, ਉਹਨਾਂ ਅਸੀਰਾਂ ਦੀ ਬੇਈਮਾਨੀ ਦੇ ਕਾਰਨ ਮੇਰੇ ਕੋਲ ਇਕੱਠੇ ਹੋ ਗਏ ਅਤੇ ਮੈਂ ਸਾਂਝ ਦੀ ਬਲੀ ਦੇ ਚੜਾਉਣ ਤੀਕ ਨਿੰਮੂ ਝਾਣਾ ਬੈਠਾ ਰਿਹਾ। ਸਾਂਝ ਦੀ ਬਲੀ ਚੜਾਉਣ ਦੇ ਵੇਲੇ
ਮੈਂ ਵਰਤ ਤੋਂ ਉੱਠਿਆ ਅਤੇ ਆਪਣੇ ਬਸਤਰ ਤੇ ਆਪਣੀ ਚਾਦਰ ਪਾੜ ਕੇ ਆਪਣੇ ਗੋਡਿਆਂ ਉੱਤੇ ਝੁਕਿਆ ਅਤੇ ਯਹੋਵਾ ਆਪਣੇ ਪਰਮੇਸ਼ਵਰ ਦੇ ਅੱਗੇ ਆਪਣੇ ਹੱਥ ਅੱਡੇ। ਤਾਂ ਮੈਂ ਆਖਿਆ, ਹੇ ਮੇਰੇ ਪਰਮੇਸ਼ਵਰ, ਮੈਂ ਸ਼ਰਮਿੰਦਾ ਹਾਂ ਅਤੇ ਆਪਣਾ ਮੂੰਹ ਤੇਰੀ ਵੱਲ ਚੁੱਕਣ ਤੋਂ ਮੇਰੇ ਪਰਮੇਸ਼ਵਰ ਮੈਂ ਲੱਜਾਵਾਨ ਹਾਂ, ਕਿਉਂ ਜੋ ਸਾਡੇ ਅਪਰਾਧ ਸਾਡੇ ਸਿਰ ਦੇ ਉੱਪਰ ਤੋਂ ਵੀ ਵੱਧ ਗਏ ਹਨ ਅਤੇ ਸਾਡੀਆਂ ਬਦਕਾਰੀਆਂ ਆਕਾਸ਼ ਤੀਕ ਪੁੱਜ ਗਈਆਂ ਹਨ। ਆਪਣੇ ਪਿਓ ਦਾਦਿਆਂ ਦੇ ਦਿਨਾਂ ਤੋਂ ਅੱਜ ਦੇ ਦਿਨ ਤੀਕ ਅਸੀਂ ਵੱਡੀ ਬਦਕਾਰੀ ਵਿੱਚ ਰਹੇ ਹਾਂ ਅਤੇ ਆਪਣੇ ਅਪਰਾਧਾਂ ਦੇ ਕਾਰਨ ਅਸੀਂ ਤੇ ਸਾਡੇ ਪਾਤਸ਼ਾਹ ਤੇ ਸਾਡੇ ਜਾਜਕ ਇਨ੍ਹਾਂ ਦੇਸ਼ਾਂ ਦੇ ਪਾਤਸ਼ਾਹਾਂ ਦੇ ਹੱਥ ਵਿੱਚ ਤਲਵਾਰ ਲਈ, ਅਸੀਰੀ ਲਈ, ਲੁੱਟਣ ਲਈ ਅਤੇ ਸ਼ਰਮ ਨਾਲ ਮੂੰਹ ਦੀ ਝੁਲਸ ਲਈ ਹਵਾਲੇ ਕੀਤੇ ਗਏ ਹਾਂ, ਜਿਵੇਂ ਅੱਜ ਦੇ ਦਿਨ ਹੈ। ਹੁਣ ਥੋੜੇ ਚਿਰ ਤੋਂ ਯਹੋਵਾ ਸਾਡੇ ਪਰਮੇਸ਼ਵਰ ਦਾ ਤਰਸ ਸਾਡੇ ਉੱਤੇ ਹੋਇਆ ਹੈ ਅਤੇ ਉਸ ਨੇ ਸਾਡਾ ਕੁਝ ਕੁ ਬਕੀਆ ਬਚਾ ਦਿੱਤਾ ਹੈ ਅਤੇ ਸਾਨੂੰ ਉਸ ਨੇ ਆਪਣੇ ਪਵਿੱਤਰ ਅਸਥਾਨ ਵਿੱਚ ਇੱਕ ਕਿੱਲ ਬਣਾਇਆ ਹੈ, ਤਾਂ ਜੋ ਸਾਡਾ ਪਰਮੇਸ਼ਵਰ ਸਾਡੀਆਂ ਅੱਖਾਂ ਨੂੰ ਰੋਸ਼ਨ ਕਰੇ ਅਤੇ ਸਾਡੀ ਗੁਲਾਮੀ ਵਿੱਚ ਥੋੜੀ ਜਿਹੀ ਤਾਜ਼ੀ ਜ਼ਿੰਦਗੀ ਬਖਸ਼ੇ, ਕਿਉਂ ਜੋ ਅਸੀਂ ਤਾਂ ਗੁਲਾਮ ਹਾਂ, ਪਰ ਸਾਡੇ ਪਰਮੇਸ਼ਵਰ ਨੇ ਸਾਨੂੰ ਸਾਡੀ ਗੁਲਾਮੀ ਵਿੱਚ ਨਹੀਂ ਛੱਡ ਦਿੱਤਾ, ਸਗੋਂ ਫਾਰਿਸ ਦੇ ਪਾਤਸ਼ਾਹ ਦੇ ਅੱਗੇ ਸਾਡੀ ਵੱਲ ਆਪਣੀ ਦਇਆ ਨੂੰ ਵਧਾਇਆ ਕਿ ਸਾਨੂੰ ਤਾਜ਼ੀ ਜ਼ਿੰਦਗੀ ਬਖਸ਼ੇ। ਭਾਈ, ਅਸੀਂ ਆਪਣੇ ਪਰਮੇਸ਼ਵਰ ਦੇ ਭਵਨ ਨੂੰ ਉਸਾਰੀਏ ਅਤੇ ਉਸ ਦੇ ਵੀਰਾਨਿਆਂ ਦੀ ਮੁਰੰਮਤ ਕਰੀਏ ਕਿ ਉਹ ਸਾਨੂੰ ਯਹੂਦਾ ਤੇ ਯਰੂਸ਼ਲਮ ਵਿੱਚ ਓਟ ਦੇਵੇ। ਹੁਣ ਹੈ ਸਾਡੇ ਪਰਮੇਸ਼ਵਰ, ਇਸ ਦੇ ਪਿੱਛੋਂ ਅਸੀਂ ਤੈਨੂੰ ਕੀ ਆਖੀਏ, ਕਿਉਂ ਜੋ ਅਸੀਂ ਤੇਰੇ ਹੁਕਮਾਂ ਨੂੰ ਵਿਸਾਰ ਬੈਠੇ ਹਾਂ, ਜਿਨ੍ਹਾਂ ਦਾ ਤੈਂ ਇਹ ਆਖ ਕੇ ਆਪਣੇ ਦਾਸਾਂ ਨਬੀਆਂ ਦੇ ਰਾਹੀਂ ਹੁਕਮ ਦਿੱਤਾ ਸੀ ਕਿ ਉਹ ਧਰਤੀ ਜਿਹਨੂੰ ਤੁਸੀਂ ਕਬਜ਼ੇ ਵਿੱਚ ਲੈਣ ਲਈ ਜਾਂਦੇ ਹੋ, ਉਹ ਦੇਸ਼ਾਂ ਦੀਆਂ ਉਮਤਾਂ ਦੀਆਂ ਘਿਨਾਉਣੇ ਕੰਮਾਂ ਤੋਂ ਇੱਕ ਨਾਪਾਕ ਧਰਤੀ ਹੈ, ਜਿਹਨੂੰ ਉਹਨਾਂ ਨੇ ਇਸ ਸਿਰੇ ਤੋਂ ਉਸ ਸਿਰੇ ਤੱਕ ਭ੍ਰਿਸ਼ਟ ਕਰਕੇ ਭਰ ਛੱਡਿਆ ਹੈ। ਹੁਣ ਤੁਸੀਂ ਆਪਣੀਆਂ ਧੀਆਂ ਉਹਨਾਂ ਦੇ ਪੁੱਤਰਾਂ ਲਈ ਅਤੇ ਉਹਨਾਂ ਦੀਆਂ ਧੀਆਂ ਆਪਣੇ ਪੁੱਤਰਾਂ ਲਈ ਤੀਵੀਆਂ ਬਣਾਉਣ ਨੂੰ ਨਾ ਲਿਓ ਅਤੇ ਨਾ ਹੀ ਸਦਾ ਲਈ ਉਹਨਾਂ ਦੀ ਸਲਾਮਤੀ ਤੇ ਵਾਧਾ ਭਾਲਿਓ, ਤਾਂ ਜੋ ਤੁਸੀਂ ਤਕੜੇ ਰਹੋ ਅਤੇ ਧਰਤੀ ਦੇ ਪਦਾਰਥ ਖਾਓ ਅਤੇ ਆਪਣੀ ਅੰਸ਼ ਦੀ ਸਦੀਵਕ ਮਿਰਾਸ ਲਈ ਉਹਨੂੰ ਛੱਡ ਦਿਓ ਅਤੇ ਇਹਨਾਂ ਆਫਤਾਂ ਦੇ ਪਿੱਛੋਂ ਜਿਹੜੀਆਂ ਸਾਡੇ ਬੁਰੇ ਕੰਮਾਂ ਤੇ ਸਾਡੇ ਵੱਡੇ ਦੋਸ਼ਾਂ ਦੇ ਕਾਰਨ ਸਾਡੇ ਉੱਤੇ ਆਈਆਂ, ਹੇ ਸਾਡੇ ਪਰਮੇਸ਼ਵਰ, ਤੈਂ ਸਾਡੇ ਪਾਪਾਂ ਨਾਲੋਂ ਸਾਨੂੰ ਥੋੜੀ ਸਜ਼ਾ ਦਿੱਤੀ, ਸਗੋਂ ਅਜਿਹਾ ਛੁਟਕਾਰਾ ਸਾਨੂੰ ਦਿੱਤਾ ਕਿ ਅਸੀਂ ਤੇਰੇ ਹੁਕਮਾਂ ਨੂੰ ਫੇਰ ਤੋੜੀਏ
ਅਤੇ ਇਹਨਾਂ ਘਿਨਾਉਣੇ ਕੰਮ ਕਰਨ ਵਾਲਿਆਂ ਉਮਤਾਂ ਨਾਲ ਸਾਖ ਕਰੀਏ। ਕੀ ਤੇਰਾ ਕ੍ਰੋਧ ਇੱਥੇ ਤੀਕ ਸਾਡੇ ਉੱਤੇ ਨਾ ਭੜਕੇਗਾ ਕਿ ਸਾਡਾ ਕੱਖ ਵੀ ਨਾ ਰਹੇ, ਨਾ ਕੋਈ ਬਕੀਆ ਨਾ ਛੁਟਕਾਰਾ। ਹੇ ਯਹੋਵਾ ਇਜ਼ਰਾਈਲ ਦੇ ਪਰਮੇਸ਼ਵਰ, ਤੂੰ ਧਰਮਾਤਮਾ ਹੈ, ਤਾਂ ਅਸੀਂ ਅੱਜ ਤੀਕ ਛੁਡਾਏ ਹੋਏ ਰਹਿੰਦੇ ਹਾਂ। ਵੇਖ, ਅਸੀਂ ਆਪਣੇ ਦੋਸ਼ਾਂ ਵਿੱਚ ਤੇਰੇ ਸਨਮੁਖ ਹਾਂ, ਕਿਉਂਕਿ ਕੌਣ ਹੈ ਜੋ ਇਹਨਾਂ ਦੇ ਕਾਰਨ ਤੇਰੇ ਹਜ਼ੂਰ ਖੜਾ ਰਹਿ ਸਕੇ। ਅਜ਼ਰਾ ਬਾਪ 10। ਕੁਜਾਤ ਜਨਾਨੀਆਂ। ਜਦ ਅਜ਼ਰਾ ਨੇ ਪ੍ਰਾਰਥਨਾ ਕੀਤੀ ਅਤੇ ਰੋ ਕੇ ਔਰ ਪਰਮੇਸ਼ਵਰ ਦੇ ਭਵਨ ਦੇ ਅੱਗੇ ਡਿੱਗ ਕੇ ਇਕਰਾਰ ਕੀਤਾ, ਤਾਂ ਇਜ਼ਰਾਈਲ ਵਿੱਚੋਂ ਇੱਕ ਬਹੁਤ ਵੱਡੀ ਸਭਾ ਮਨੁੱਖਾਂ, ਤੀਵੀਆਂ ਤੇ ਬਾਲਾਂ ਦੀ ਉਹਦੇ ਕੋਲ ਇਕੱਠੀ ਹੋ ਗਈ। ਕਿਉਂ ਜੋ ਪਰਜਾ ਤਾਹਾਂ ਮਾਰ-ਮਾਰ ਰੋਂਦੀ ਸੀ, ਤਾਂ ਏਲਾਮ ਦੇ ਪੁੱਤਰਾਂ ਵਿੱਚੋਂ ਯਹੀਏਲ ਦੇ ਪੁੱਤਰ ਸ਼ਕਨਯਾਹ ਨੇ ਉੱਤਰ ਦਿੱਤਾ ਅਤੇ ਅਜ਼ਰਾ ਨੂੰ ਆਖਿਆ ਕਿ ਅਸੀਂ ਆਪਣੇ ਪਰਮੇਸ਼ਵਰ ਨਾਲ ਬੇਈਮਾਨੀ ਕੀਤੀ ਕਿ ਦੇਸ਼ ਦੀਆਂ ਉਮਤਾਂ ਵਿੱਚੋਂ ਕੁਜਾਤ ਜਨਾਨੀਆਂ ਘਰੀਂ ਬਿਠਾ ਲਈਆਂ ਹਨ। ਪਰ ਅਜੇ ਇਸ ਉੱਤੇ ਵੀ ਇਜ਼ਰਾਈਲ ਲਈ ਇੱਕ ਉਮੀਦ ਹੈ। ਹੁਣ ਅਸੀਂ ਆਪਣੇ ਪਰਮੇਸ਼ਵਰ ਨਾਲ ਇੱਕ ਨੇਮ ਬਣੀਏ ਔਰ ਇਹ ਸਾਰੀਆਂ ਜਨਾਨੀਆਂ ਔਰ ਇਹਨਾਂ ਦੇ ਬਾਲ ਆਪਣੇ ਪ੍ਰਭੂ ਦੀ ਤੇ ਉਹਨਾਂ ਦੇ ਸਲਾਹ ਨਾਲ ਜਿਹੜੇ ਸਾਡੇ ਪਰਮੇਸ਼ਵਰ ਦੇ ਹੁਕਮ ਤੋਂ ਕੰਬਦੇ ਹਨ ਕੱਢ ਦਈਏ ਅਤੇ ਇਹ ਵਿਵਸਥਾ ਦੇ ਅਨੁਸਾਰ ਕਰੀਏ। ਉੱਠ, ਕਿਉਂ ਜੋ ਇਹ ਗੱਲ ਤੇਰੇ ਉੱਤੇ ਹੈ ਅਤੇ ਅਸੀਂ ਤੇਰੇ ਨਾਲ ਹਾਂ, ਸੋ ਤਕੜਾ ਹੋ ਕੇ ਇਹ ਕੰਮ ਕਰ। ਤਾਂ ਅਜ਼ਰਾ ਉੱਠਿਆ ਅਤੇ ਸਰਦਾਰਾਂ, ਜਾਜਕਾਂ, ਲੇਵੀਆਂ ਔਰ ਸਾਰੇ ਇਜ਼ਰਾਈਲ ਨੂੰ ਸਹੁੰ ਦਿੱਤੀ ਕਿ ਅਸੀਂ ਇਹ ਸਹੁੰ ਦੇ ਅਨੁਸਾਰ ਇਹ ਕੰਮ ਕਰਾਂਗੇ। ਉਹਨਾਂ ਨੇ ਇਹੀ ਸਹੁੰ ਖਾਧੀ। ਤਾਂ ਅਜ਼ਰਾ ਪਰਮੇਸ਼ਵਰ ਦੇ ਭਵਨ ਦੇ ਅੱਗਿਓਂ ਉੱਠਿਆ ਅਤੇ ਅਲ-ਯਾਸੀਬ ਦੇ ਪੁੱਤਰ ਯੋਹਾਨਾਨ ਦੀ ਕੋਠੜੀ ਵਿੱਚ ਗਿਆ ਅਤੇ ਉੱਥੇ ਜਾ ਕੇ ਨਾ ਰੋਟੀ ਖਾਧੀ ਨਾ ਪਾਣੀ ਪੀਤਾ, ਕਿਉਂ ਜੋ ਉਹ ਅਸੀਰਾਂ ਦੀ ਬੇਈਮਾਨੀ ਦੇ ਕਾਰਨ ਰੋਂਦਾ ਰਿਹਾ। ਤਾਂ ਉਹਨਾਂ ਨੇ ਯਹੂਦਾ ਤੇ ਯਰੂਸ਼ਲਮ ਵਿੱਚ ਅਸੀਰੀ ਦੇ ਸਾਰੇ ਲੋਕਾਂ ਲਈ ਡੌਂਡੀ ਪਿਟਾਈ ਪਾਈ, ਉਹ ਯਰੂਸ਼ਲਮ ਵਿੱਚ ਇਕੱਠੇ ਹੋ ਜਾਣ ਅਤੇ ਸਰਦਾਰਾਂ ਅਤੇ ਬਜ਼ੁਰਗਾਂ ਦੀ ਸਲਾਹ ਅਨੁਸਾਰ ਜੋ ਕੋਈ 3 ਦਿਨਾਂ ਵਿੱਚ ਨਾ ਆਵੇ, ਉਹਦਾ ਸਾਰਾ ਲਕਾ-ਤੁਕਾ ਜ਼ਬਤ ਕੀਤਾ ਜਾਵੇ ਅਤੇ ਉਹ ਅਸੀਰਾਂ ਦੀ ਸਭਾ ਤੋਂ ਛੇਕਿਆ ਜਾਵੇ। ਤਾਂ ਯਹੂਦਾ ਔਰ ਬਿਨਯਾਮੀਨ ਦੇ ਸਾਰੇ ਮਨੁੱਖ 3 ਦਿਨਾਂ ਦੇ ਵਿੱਚ ਯਰੂਸ਼ਲਮ ਵਿੱਚ ਇਕੱਠੇ ਹੋਏ। ਇਹ 9ਵੇਂ ਮਹੀਨੇ ਦੀ 20ਵੀਂ ਤਾਰੀਖ ਸੀ ਅਤੇ ਸਾਰੀ ਪਰਜਾ ਪਰਮੇਸ਼ਵਰ ਦੇ ਭਵਨ ਦੇ ਵਿਹੜੇ ਵਿੱਚ ਬੈਠੇ ਅਤੇ ਇਸ ਗੱਲ ਉੱਤੇ ਅਤੇ ਮੀਂਹ ਦੀ ਵਾਛੜ ਦੇ ਕਾਰਨ
ਕੰਬਦੇ ਸਨ। ਤਾਂ ਅਜ਼ਰਾ ਜਾਜਕ ਉੱਠਿਆ ਅਤੇ ਉਹਨਾਂ ਨੂੰ ਆਖਿਆ ਕਿ ਤੁਸਾਂ ਬੇਈਮਾਨੀ ਕੀਤੀ ਹੈ ਅਤੇ ਕੁਜਾਤ ਜਨਾਨੀਆਂ ਨੂੰ ਘਰੀ ਬਿਠਾ ਲਿਆ ਅਤੇ ਐਉਂ ਇਜ਼ਰਾਈਲ ਦੇ ਦੋਸ਼ ਨੂੰ ਵਧਾਇਆ ਹੈ। ਹੁਣ ਤੁਸੀਂ ਯਹੋਵਾ ਆਪਣੇ ਪਿਓ ਦਾਦਿਆਂ ਦੇ ਪਰਮੇਸ਼ਵਰ ਅੱਗੇ ਇਕਰਾਰ ਕਰੋ ਅਤੇ ਉਹਦਾ ਭਾਣਾ ਵਰਤੋ ਅਤੇ ਦੇਸ਼ ਦੀਆਂ ਉਮਤਾਂ ਤੋਂ ਅਤੇ ਕੁਜਾਤ ਜਨਾਨੀਆਂ ਤੋਂ ਅੱਡ ਹੋ ਜਾਓ। ਤਾਂ ਸਾਰੀ ਸਭਾ ਨੇ ਉੱਤਰ ਦਿੱਤਾ ਅਤੇ ਵੱਡੀ ਆਵਾਜ਼ ਨਾਲ ਆਖਿਆ, ਇਵੇਂ ਹੀ ਸਹੀ, ਜਿਵੇਂ ਤੁਸਾਂ ਸਾਡੇ ਕਰਨ ਲਈ ਠਹਿਰਾਇਆ, ਅਸੀਂ ਇਹ ਗੱਲ ਕਰਾਂਗੇ। ਪਰ ਪਰਜਾ ਢੇਰ ਸਾਰੀ ਹੈ ਅਤੇ ਇਹ ਵੱਡੀ ਵਾਛੜ ਦਾ ਮੌਸਮ ਹੈ, ਸੋ ਅਸੀਂ ਬਾਹਰ ਨਹੀਂ ਖਲੋ ਸਕਦੇ। ਇਹ ਤਾਂ ਨਾ ਇੱਕ ਦਿਨ ਦਾ ਨਾ 2 ਦਿਨ ਦਾ ਕੰਮ ਹੈ, ਕਿਉਂ ਜੋ ਅਸਾਂ ਇਸ ਗੱਲ ਵਿੱਚ ਡਾਢਾ ਅਪਰਾਧ ਕੀਤਾ ਹੈ। ਹੁਣ ਸਾਰੀ ਸਭਾ ਦੇ ਸਰਦਾਰ ਖਲੋ ਰਹਿਣ ਅਤੇ ਉਹ ਸਾਰੇ ਜਿਹੜੇ ਸਾਡੇ ਸ਼ਹਿਰਾਂ ਵਿੱਚ ਕੁਜਾਤ ਜਨਾਨੀਆਂ ਨੂੰ ਘਰੀ ਬਿਠਾਈ ਬੈਠੇ ਹਨ, ਠਹਿਰਾਏ ਹੋਏ ਸਮੇਂ ਉੱਤੇ ਆਉਣ ਅਤੇ ਉਹਨਾਂ ਦੇ ਨਾਲ ਹਰ ਸ਼ਹਿਰ ਦੇ ਬਜ਼ੁਰਗ ਔਰ ਨਿਆਈ ਹੋਣ, ਜਿੰਨਾ ਚਿਰ ਤੀਕ ਸਾਡੇ ਪਰਮੇਸ਼ਵਰ ਦਾ ਵੱਡਾ ਕ੍ਰੋਧ ਜੋ ਇਸ ਗੱਲ ਦੇ ਕਾਰਨ ਹੈ ਸਾਥੋਂ ਮੁੜ ਨਾ ਜਾਵੇ। ਕੇਵਲ ਅਸਾਹੇਲ ਦਾ ਪੁੱਤਰ ਯੋਨਾਥਾਨ ਔਰ ਤਿਕਵਾ ਦਾ ਪੁੱਤਰ ਯਹਜ਼ਿਯਾਹ ਇਹਦੇ ਵਿਰੁੱਧ ਉੱਠ ਖਲੋਤੇ ਅਤੇ ਮਸ਼ੂਲਾਮ ਤੇ ਸ਼ਬਤਈ ਲੇਵੀਆਂ ਨੇ ਉਹਨਾਂ ਦੀ ਸਹਾਇਤਾ ਕੀਤੀ। ਤਾਂ ਅਸੀਰੀ ਦੇ ਲੋਕਾਂ ਨੇ ਇਵੇਂ ਹੀ ਕੀਤਾ ਅਤੇ ਅਜ਼ਰਾ ਜਾਜਕ ਔਰ ਕਈ ਪਿਤਰਾਂ ਦੇ ਘਰਾਨਿਆਂ ਦੇ ਮੁਖੀਏ ਉਹਨਾਂ ਦੇ ਪਿਤਰਾਂ ਦੇ ਘਰਾਨਿਆਂ ਅਨੁਸਾਰ ਸਾਰੇ ਹੀ ਨਾਮਾਂ ਪ੍ਰਤੀ ਅੱਡ ਹੋਏ ਅਤੇ ਇਸ ਗੱਲ ਦੀ ਵੇਖ ਭਾਲ ਲਈ 10ਵੇਂ ਮਹੀਨੇ ਦੀ ਪਹਿਲੀ ਤਰੀਕ ਨੂੰ ਬੈਠ ਗਏ ਅਤੇ ਸਾਰਿਆਂ ਮਨੁੱਖਾਂ ਦਾ ਜਿਨ੍ਹਾਂ ਦੇ ਘਰੀ ਕੁਜਾਤ ਜਨਾਨੀਆਂ ਬੈਠੀਆਂ ਸਨ, ਫੈਸਲਾ ਉਹਨਾਂ ਨੇ ਪਹਿਲੇ ਮਹੀਨੇ ਦੀ ਪਹਿਲੀ ਤਰੀਕ ਨੂੰ ਮੁਕਾ ਦਿੱਤਾ ਅਤੇ ਜਾਜਕਾਂ ਦੇ ਪੁੱਤਰਾਂ ਵਿੱਚੋਂ ਜਿਨ੍ਹਾਂ ਦੇ ਕੁਜਾਤ ਜਨਾਨੀਆਂ ਬੈਠੀਆਂ ਸਨ, ਇਹ ਪਾਏ ਗਏ, ਅਰਥਾਤ ਯੋਸਾਦਾਕ ਦੇ ਪੁੱਤਰ ਯੇਸ਼ੂਆ ਦੇ ਪੁੱਤਰਾਂ ਵਿੱਚੋਂ ਅਤੇ ਉਹਦੇ ਭਰਾ ਮਅਸੇਯਾਹ ਤੇ ਅਲੀਅਜ਼ਰ ਦੇ ਯਰੀਬ ਤੇ ਗਦਲਿਯਾਹ। ਅਤੇ ਉਹਨਾਂ ਨੇ ਆਪਣੀਆਂ ਤੀਵੀਆਂ ਨੂੰ ਕੱਢ ਦੇਣ ਦਾ ਬਚਨ ਦਿੱਤਾ ਅਤੇ ਦੋਸ਼ੀ ਹੋਣ ਦੇ ਕਾਰਨ ਉਹਨਾਂ ਨੇ ਇੱਜੜ ਦਾ ਇੱਕ ਛਤਰਾ ਦੋਸ਼ ਦੀ ਬਲੀ ਲਈ ਚੜਾਇਆ ਅਤੇ ਇਮੇਰ ਦੇ ਪੁੱਤਾਂ ਵਿੱਚੋਂ ਹਨਾਨੀ ਤੇ ਜ਼ਬਦਿਯਾਹ ਅਤੇ ਹਾਰੀਮ ਦੇ ਪੁੱਤਰਾਂ ਵਿੱਚੋਂ ਮਅਸੇਯਾਹ ਤੇ ਏਲੀਯਾਹ ਤੇ ਸ਼ਮਾਯਾਹ ਤੇ ਯਹੀਏਲ ਤੇ ਉਜ਼ੀਯਾਹ ਅਤੇ ਪਸ਼ੂਹਰ ਦੇ ਪੁੱਤਰਾਂ ਵਿੱਚੋਂ ਅਲੀਯੋਨਈ, ਮਅਸੇਯਾਹ, ਇਜ਼ਮਾਏਲ, ਨਥਾਨੀਏਲ, ਯੋਜ਼ਾਬਾਦ ਤੇ ਅਲਾਸਾਹ ਅਤੇ ਲੇਵੀਆਂ ਵਿੱਚੋਂ ਯੋਜ਼ਾਬਾਦ ਤੇ ਸ਼ਿਮਈ ਤੇ ਕੇਲਾਯਾਹ ਜੋ ਕਲੀਟਾ ਵੀ ਹੈ, ਪਥਹ ਯਾ ਯਹੂਦਾ ਤੇ ਅਲੀਆਜ਼ਰ
ਅਤੇ ਗਵਈਆਂ ਵਿੱਚੋਂ ਅਲਿਆਸ਼ੀਬ ਅਤੇ ਦਰਬਾਨਾਂ ਵਿੱਚੋਂ ਸ਼ਲੂਮ ਤੇ ਟਲਮ ਤੇ ਉਰੀ ਅਤੇ ਇਜ਼ਰਾਇਲ ਵਿੱਚੋਂ ਪਾਰੋਸ਼ ਦੇ ਪੁੱਤਰਾਂ ਵਿੱਚੋਂ ਰਾਮੀਯਾਹ ਤੇ ਯੇਜ਼ੀਯਾਹ ਤੇ ਮਲਕੀਯਾਹ ਤੇ ਮਿਆਮੀਨ ਤੇ ਅਲਆਜ਼ਰ ਤੇ ਮਲਕੀਯਾਹ ਤੇ ਬਨਾਯਾਹ ਅਤੇ ਏਲਾਮ ਦੇ ਪੁੱਤਰਾਂ ਵਿੱਚੋਂ ਮਤਨਯਾਹ ਜ਼ਕਰਿਯਾਹ ਯਹੀਏਲ ਤੇ ਅਬਦੀ ਤੇ ਯਰੇਮੋਥ ਤੇ ਏਲੀਆ ਅਤੇ ਜਤੂ ਦੇ ਪੁੱਤਰਾਂ ਵਿੱਚੋਂ ਅਲਯੋਇਨਾਈ ਅਲਿਆਸੀਬ ਮਤਨਯਾਹ ਤੇ ਯਰੇਮੋਥ ਤੇ ਜ਼ਬਾਦ ਤੇ ਅਜ਼ੀਜ਼ਾ ਅਤੇ ਬੋਬਈ ਦੇ ਪੁੱਤਰਾਂ ਵਿੱਚੋਂ ਯਹੋਹਾਨਾਨ ਹਨਨਯਾਹ ਜ਼ਬਈ ਅਥਲਈ ਅਤੇ ਬਾਨੀ ਦੇ ਪੁੱਤਰਾਂ ਵਿੱਚੋਂ ਮਸ਼ੂਲਾਮ ਮਲੂਕ ਤੇ ਅਦਾਯਾਹ ਯਾਸ਼ੂਬ ਤੇ ਸ਼ਾਲ ਤੇ ਰਾਮੋਥ ਅਤੇ ਪਹਤ ਮੋਆਬ ਦੇ ਪੁੱਤਰਾਂ ਵਿੱਚੋਂ ਅਦਨਾ ਤੇ ਕਲਾਲ ਬਨਾਯਾਹ ਮਸ਼ਯਾਹ ਮਤਨਯਾਹ ਬਸਲੇਲ ਤੇ ਬਿਨੂਈ ਤੇ ਮਨਸ਼ਾ ਹਰੀਮ ਦੇ ਪੁੱਤਰਾਂ ਵਿੱਚੋਂ ਅਲੀਆਜ਼ਰ ਯਸ਼ੀਯਾਹ ਮਲਕੀਯਾਹ ਸ਼ਮਾਯਾਹ ਸ਼ਮਾਉਨ ਬਿਨਯਾਮੀਨ ਮਲੂਕ ਸ਼ਮਰਿਯਾਹ ਹਸ਼ੂਮ ਦੇ ਪੁੱਤਰਾਂ ਵਿੱਚੋਂ ਮਤਨਈ ਮਤਤਾ ਜ਼ਬਾਦ ਅਲੀਫਲਟ ਯਰੇਮਈ ਮਨਸ਼ਾ ਸ਼ਮਈ ਬਾਨੀ ਦੇ ਪੁੱਤਰਾਂ ਵਿੱਚੋਂ ਮਦਈ ਅਮਰਾਮ ਤੇ ਉਏਲ ਬਨਾਯਾਹ ਬੇਦਿਯਾਹ ਕਲੂਹੀ ਵਨਯਾਹ ਮਰੇਮੋਥ ਅਲਿਆਸ਼ੀਬ ਮਤਨਯਾਹ ਮਤਨਈ ਤੇ ਯਾਸਾਈ ਅਤੇ ਬਾਨੀ ਤੇ ਬਿਨੂਈ ਸ਼ਮਈ ਅਤੇ ਸ਼ਲਮਯਾਹ ਤੇ ਨਾਥਾਨ ਤੇ ਅਦਾਯਾਹ ਮਕੰਦਬਈ ਸ਼ਾਸ਼ਈ ਸ਼ਾਰਈ ਅਜ਼ਰੇਲ ਤੇ ਸ਼ਰਮਯਾਹ ਸ਼ਮਰਿਯਾਹ ਸਲੂਮ ਅਮਰਿਯਾਹ ਯੂਸਫ ਨਬੋ ਦੇ ਪੁੱਤਰਾਂ ਵਿੱਚੋਂ ਯਹੀਏਲ ਮਥਿਤਿਯਾਹ ਜ਼ਬਾਦ ਜ਼ਬੀਨਾ ਯਦਈ ਤੇ ਯੋਏਲ ਬਨਾਯਾਹ ਇਹ ਸਭ ਕੁਜਾਤ ਜਨਾਨੀਆਂ ਘਰੀ ਬਿਠਾਏ ਹੋਏ ਸਨ ਅਤੇ ਉਹਨਾਂ ਵਿੱਚ ਕਈ ਉਹ ਤੀਵੀਆਂ ਸਨ ਜਿਨ੍ਹਾਂ ਦੇ ਬੱਚੇ ਵੀ ਸਨ।